ਸਰਵਣ ਕਰੀਏ। ਸੋ ਕੱਲ ਆਪ ਗੁਰੂ ਕੀਆਂ ਸਿੱਖ ਸੰਗਤਾਂ ਨੇ ਸਰਵਣ ਕੀਤਾ ਸੀ ਕਿ ਧੰਨ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਮੇਰੀ ਪੀਰੀ ਦੇ ਬਾਲਕ ਸੱਚੇ ਪਾਤਸ਼ਾਹ ਹਰਗੋਬਿੰਦ ਨਗਰੀ ਵਿਖੇ ਠਹਿਰੇ ਹੋਏ ਹੈ। ਤੇ ਸਤਿਗੁਰਾਂ ਨੇ ਜਿੱਥੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੂੰ ਵਿਦਾਇਗੀ ਦੇਣਾ ਕੀਤੀ, ਬਾਬਾ ਬੁੱਢਾ ਜੀ ਛੁੱਟਾ ਲੈ ਕਰਕੇ ਆਪਣੇ ਨਗਰ ਰਮਦਾਸ ਵਿਖੇ ਚਲੇ ਗਏ। ਜਾ ਕਰਕੇ ਸਤਿਗੁਰਾਂ ਦੀ ਬੜੀ ਉਸਤਤ ਕੀਤੀ, ਸ਼ਲਾਘਾ ਕੀਤੀ। ਉੱਥੇ ਹੁਣ ਸਤਿਗੁਰੂ ਜੀ ਹਰਗੋਬਿੰਦ ਨਗਰੀ ਵਿਖੇ ਬੜੇ ਸਾਰੇ ਕੌਤਕ ਵਰਤਾ ਰਹੇ ਹੈ ਅਤੇ ਬੜੀਆਂ ਸਾਰੀਆਂ ਸਿੱਖ ਸੰਗਤਾਂ ਗੁਰੂ ਚਰਨਾਂ ਵਿੱਚ ਆ ਰਹੀਆਂ। ਤੇ ਸਤਿਗੁਰੂ ਜੀ ਮਹਾਰਾਜ ਚੋਜ ਵਰਤਾਉਂਦੇ ਹੋਏ ਸ਼ਿਕਾਰ ਦੇ ਬਹਾਨੇ ਜਿੱਥੇ ਆਪਣੇ ਗੁਰਸਿੱਖਾਂ ਨੂੰ ਬੜੀਆਂ ਸਾਰਾ ਯੁੱਧ ਵਿਦਿਆ ਦੇ ਅਭਿਆਸ ਸਿਖਾਉਂਦੇ ਹੈ, ਉੱਥੇ ਹੁਣ ਜਾਨਵਰਾਂ ਦਾ ਉਧਾਰ ਕਰੀ ਜਾ ਰਹੇ। ਹੁਣ ਸਤਿਗੁਰੂ ਜੀ ਮਹਾਰਾਜ ਜਾਨਵਰਾਂ ਦਾ ਉਧਾਰ ਕਰੀ ਜਾ ਰਹੇ ਸੀ ਤੇ ਗੁਰੂ ਕੀਆਂ ਸਿੱਖ ਸੰਗਤਾਂ ਆਈਆਂ ਕਿ ਗੁਰੂ ਚਰਨਾਂ ਵਿੱਚ ਦਰਸ਼ਨਦਾਰੇ ਕਰਨ ਵਾਸਤੇ। ਤੇ ਜਦੋਂ ਹੁਣ ਸਤਿਗੁਰੂ ਜੀ ਮਹਾਰਾਜ ਇਹ ਕੌਤਕ ਵਰਤਾ ਰਹੇ ਹੈ, ਇਹਨਾਂ ਵਿੱਚੋਂ ਇੱਕ ਬੜਾ ਬੁੱਧੀਮਾਨ ਸਿੱਖ ਹੈ ਜਿਹਨੇ ਕਿ ਸਤਿਗੁਰਾਂ ਦੇ ਇਸ ਕੌਤਕ ਤੇ ਕਿੰਤੂ ਪਰੰਤੂ ਕੀਤਾ ਹੈ, ਕਿਉਂਕਿ ਅਸਲ ਭੇਦ ਨੂੰ ਜਾਣਦਾ ਨਹੀਂ ਸੀ। ਸਤਿਗੁਰੂ ਜੀ ਜਾਣ ਗਏ ਤੇ ਸਤਿਗੁਰੂ ਜੀ ਦਾ ਸ਼ੰਕਾ ਨਿਵਰਤ ਕਰ ਰਹੇ ਹੈ। ਆਓ ਹੁਣ ਇਸ ਤੋਂ ਅੱਗੇ ਪਵਿੱਤਰ ਇਤਿਹਾਸ ਨੂੰ ਸਰਵਣ ਕਰੀਏ। ਸ੍ਰੀ ਵਾਹਿਗੁਰੂ ਸਾਹਿਬ ਜੀ ਸੁਖੜ ਸਾਗਰ ਕਰੇ ਦਰੰਗ ਹਤੇ ਕਰੇ ਜੀ ਈਸ਼ਵਰ ਤਪੰਗ ਮ੍ਰਿਗਨ ਵਿਆਗਨ ਸੁਕਰ ਕਣੀ ਕੋਲ ਕਾ ਜਿਤ ਜਹਾਨੇ। ਧੰਨ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਮੇਰੀ ਪੀਰੀ ਦੇ ਬਾਲਕ ਸੱਚੇ ਪਾਤਸ਼ਾਹ, ਜੋ ਕਿ ਘੋੜਿਆਂ ਤੇ ਸਵਾਰ ਹੋ ਕਰਕੇ ਆਪਣੇ ਸੂਰਬੀਰਾਂ ਨੂੰ ਨਾਲ ਲੈ ਕਰਕੇ ਘਣੇ ਜੰਗਲ ਦੇ ਵਿੱਚ ਜਾਂਦੇ ਹੈ, ਜਿੱਥੇ ਯੁੱਧ ਵਿਦਿਆ ਦੇ ਅਭਿਆਸ ਸਿਖਾਉਂਦੇ ਆ। ਉੱਥੇ ਫਿਰ ਜਾਨਵਰਾਂ ਦਾ ਉਧਾਰ ਕਰਨ ਵਾਸਤੇ ਸ਼ਿਕਾਰ ਖੇਡਦੇ ਹੈ। ਬੜੀ ਵੱਡੀ ਗਿਣਤੀ ਦੇ ਵਿੱਚ ਸਤਿਗੁਰੂ ਜੀ ਮਹਾਰਾਜ ਸ਼ਿਕਾਰ ਖੇਡਦੇ ਹਨ। ਏਦਾਂ ਫਿਰ ਸਤਿਗੁਰੂ ਜੀ ਸ਼ਿਕਾਰ ਖੇਡ ਕਰਕੇ ਉੱਚੇ ਥਾਨ ਤੇ ਆ ਕਰਕੇ ਸੁਭਾਏਮਾਨ ਹੋਏ ਦਮਦਮੇ ਵਾਲੇ ਸਥਾਨ ਤੇ, ਜਿਹਦਾ ਨਾਂ ਕਿ ਦਮਦਮਾ ਸਾਹਿਬ ਰੱਖਣਾ ਕੀਤਾ ਹੋਇਆ ਹੈ। ਉਸ ਜਗ੍ਹਾ ਤੇ ਆ ਕਰਕੇ ਸੁਭਾਏਮਾਨ ਹੋਏ ਹੈ। ਤੇ ਦੂਸਰੇ ਪਾਸੇ ਕਾਂਸ਼ੀ ਤੋਂ ਬੜੀ ਸਾਰੀ ਸੰਗਤ ਚੱਲ ਕਰਕੇ ਆਈ ਹੈ। ਜਿਹੜੀ ਇਹ ਕਾਂਸ਼ੀ ਤੋਂ ਸੰਗਤ ਚੱਲ ਕਰਕੇ ਆਈ ਹੈ, ਇਹਦੇ ਵਿੱਚ ਇੱਕ ਬਹੁਤ ਬੁੱਧੀਮਾਨ ਸਿੱਖ ਹੈ, ਜਿਹਦੇ ਕਿ ਸਾਰੀਆਂ ਸੰਗਤਾਂ ਦੇ ਨਾਲ ਮਨ ਦੇ ਵਿੱਚ ਬੜੀ ਵੱਡੀ ਅਭਿਲਾਸ਼ਾ ਹੈ ਸਤਿਗੁਰਾਂ ਦੇ ਦਰਸ਼ਨ ਦਾਰੇ ਕਰਨ ਦੀ। ਜਾਂ ਇੱਦਾਂ ਕਹਿ ਲਓ ਕਿ ਸਾਰੀਆਂ ਸੰਗਤਾਂ ਦੇ ਮਨ ਦੇ ਵਿੱਚ ਬੜੀ ਚਾਹਤ ਹੈ। ਇਹ ਕਾਂਸ਼ੀ ਨਗਰੀ ਤੋਂ ਚੱਲ ਕਰਕੇ ਆਏ ਆ, ਸਤਿਗੁਰਾਂ ਦੇ ਦੀਦਾਰ ਕਰਾਂਗੇ। ਜੋ ਜੋ ਭਾਵਨਾਵਾਂ ਨੇ ਸਤਿਗੁਰਾਂ ਦੇ ਚਰਨਾਂ ਵਿੱਚੋਂ ਪੂਰੀਆਂ ਕਰਾਂਗੇ, ਬੇਨਤੀਆਂ ਕਰਕੇ ਖੁਸ਼ੀ ਰਹਿਣੇ ਕਰਾਂਗੇ। ਕਿ ਇਹਨਾਂ ਦੇ ਵਿੱਚ ਇੱਕ ਸਿੱਖ ਜਿਹੜਾ ਕਿ ਬੜਾ ਬੁੱਧੀਮਾਨ ਸੀ, ਬੜਾ ਵਿਦਵਾਨ ਹੈ ਤੇ ਬੜਾ ਉਹਦਾ ਪਿਆਰ ਹੈ। ਉਹਦੇ ਹਿਰਦੇ ਦੇ ਵਿੱਚ ਕਾਹਲੀ ਦੇ ਨਾਲ ਬੜਾ ਮਨ ਲਲਚਾਇਆ ਸਤਿਗੁਰਾਂ ਦੇ ਦਰਸ਼ਨ ਕਰਨ ਦਾ, ਕਿਉਂਕਿ ਇਹ ਸਤਿਗੁਰਾਂ ਦੇ ਘਰ ਦੀ ਸ਼ੋਭਾ ਸੁਣ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਪਹਿਲੀ ਵਾਰ ਆਇਆ ਕਾਂਸ਼ੀ ਨਗਰੀ ਤੋਂ। ਤੇ ਜਦੋਂ ਇਹ ਆ ਗਿਆ ਸਤਿਗੁਰੂ ਜੀ ਉਦੋਂ ਦਮਦਮਾ ਸਾਹਿਬ ਵਾਲੇ ਜਗ੍ਹਾ ਤੇ ਸੁਭਾਏਮਾਨ ਹੈ। ਇਹਦਾ ਮਨ ਚਾਹਿਆ ਕਿ ਜਿਤਨਾ ਵੀ ਜਲਦੀ ਹੋ ਸਕਦਾ ਹੈ ਬੇਸਬਰੀ ਦੇ ਨਾਲ ਇਹ ਸਤਿਗੁਰਾਂ ਦੇ ਦਰਸ਼ਨ ਦਾਰੇ ਕਰਨ ਵਾਸਤੇ ਆ ਗਿਆ। ਹੁਣ ਸੰਗਤ ਨੂੰ ਛੱਡ ਕਰਕੇ ਸਤਿਗੁਰੂ ਜੀ ਮਹਾਰਾਜ ਦੇ ਚਰਨਾਂ ਵਿੱਚ ਆ ਗਿਆ, ਜਿੱਥੇ ਕਿ ਸਤਿਗੁਰੂ ਜੀ ਮਹਾਰਾਜ ਸੁਭਾਏਮਾਨ ਨੇ। ਬੜਾ ਇਹਦੇ ਮਨ ਦੇ ਵਿੱਚ ਪਿਆਰ ਹੈ। ਤੇ ਬਿਆਸਾ ਵਾਲੇ ਪਾਸੇ, ਦਰਿਆ ਵਾਲੇ ਪਾਸੇ ਸਤਿਗੁਰੂ ਜੀ ਸੁਭਾਏਮਾਨ ਸੀ।
ਇੱਥੇ ਹੀ ਇਹ ਕਾਹਲੀ ਦੇ ਨਾਲ ਪਹੁੰਚਣਾ ਕੀਤਾ ਹੈ ਆਤਮਿਕ ਮਤ ਨੇ ਅੰਗੀਕਾਰ ਹੈ ਤਰਸ ਮਤ ਪਰ ਲੋਕ ਸੁਧਾਰ ਹੈ ਸ਼ੀਕਰ ਪਹੁੰਚੋ ਧਰਿ ਉਪਾਇ ਨਾ ਬੰਧਨ ਕੀ ਕਮਲ ਸੇ ਪਾਏ ਨਾ ਕਿ ਇਹ ਸਿੱਖ ਬੜਾ ਵੈਸ਼ਨੂ ਮਤ ਹੈ, ਸ਼ਰਾਬ ਮਾਸ ਦਾ ਸੇਵਨ ਨਹੀਂ ਕਰਦਾ, ਹਰ ਪਾਸੇ ਤੋਂ ਆਪਣੇ ਮਨ ਨੂੰ ਰੋਕ ਕਰਕੇ ਰੱਖਣਾ ਕੀਤਾ ਹੋਇਆ ਹੈ, ਗੁਰੂ ਗੁਰੂ ਜਪ ਕੇ ਤੇ ਬੜਾ ਆਨੰਦ ਲੈਂਦਾ ਹੈ, ਆਪਣੇ ਪਰਲੋਕ ਨੂੰ ਵੀ ਸਵਾਰਦਾ ਹੈ। ਇਸ ਲੋਕ ਵਿੱਚ ਆਏ ਆ ਤੇ ਆਪਣੇ ਪਰਲੋਕ ਨੂੰ ਵੀ ਸੁਧਾਰਨਾ ਕਰੀਏ। ਉਹ ਹੁਣ ਸਤਿਗੁਰੂ ਜੀ ਮਹਾਰਾਜ ਦੇ ਚਰਨਾਂ ਵਿੱਚ ਪਹੁੰਚਿਆ ਤੇ ਆ ਕਰਕੇ ਇਸਨੇ ਦੋਨੋਂ ਹੱਥ ਜੋੜ ਕਰਕੇ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਸਤਿਗੁਰ ਕੀ ਕਰਵਾਜ ਵਡੇਰਾ ਇਤਿਹਾਸ ਸੁਨੇ ਵਡੇਰਾ ਆਮਿਨ ਦਾਸ ਭਾਵਨ ਕਰੇ ਦੋਨੋਂ ਕਰਸ਼ਵਨ ਸੋ ਭਰੇ। ਤੇ ਜਦੋਂ ਇਹ ਆਇਆ ਨਾ ਗੁਰੂ ਰੂਪ ਸਾਧ ਸੰਗਤ ਜੀ, ਸਤਿਗੁਰਾਂ ਦੇ ਚਰਨਾਂ ਤੇ ਆ ਕੇ ਨਮਸਕਾਰ ਕੀਤੇ, ਉਸ ਵਕਤ ਸਤਿਗੁਰਾਂ ਦੇ ਇੱਕ ਹਸਤ ਕਮਲ ਦੇ ਉੱਤੇ ਬਾਜ ਬੈਠਾ ਹੋਇਆ ਸੀ ਤੇ ਦੂਸਰੇ ਹੱਥ ਦੇ ਵਿੱਚ ਸਤਿਗੁਰਾਂ ਦੇ ਬਟੇਰਾ ਫੜਿਆ ਹੋਇਆ ਸੀ ਤੇ ਧੰਨ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਇਸ ਬਟੇਰੇ ਦਾ ਮਾਸ ਜਿਹੜਾ ਸੀ ਬਾਜ ਨੂੰ ਖਵਾ ਰਹੇ ਹੈ ਤੇ ਬਾਜ ਨੂੰ ਖਵਾਉਂਦਿਆਂ ਸਤਿਗੁਰਾਂ ਦੇ ਹਸਤ ਕਮਲ ਜਿਹੜੇ ਲਹੂ ਲਹਾਨ ਹੋਏ ਪਏ ਸੀ। ਤੇ ਇਹ ਦੇਖ ਕਰਕੇ ਸਿੱਖ ਨੇ ਆਪਣੇ ਮਨ ਦੇ ਵਿੱਚ ਬੜੀ ਨਫ਼ਰਤ ਕਰਨਾ ਕੀਤੀ ਹੈ। ਮਨ ਦੇ ਵਿੱਚ ਸੋਚਿਆ ਕਿ ਮੈਂ ਤੇ ਕੀ ਕੁਛ ਸੁਣ ਕਰਕੇ ਆਇਆ ਸੀ ਤੇ ਇੱਥੇ ਤੇ ਬੜੀ ਦਇਆ ਰਹਿਤ ਵਾਲੀ ਗੱਲ ਹੈ। ਕਹਿਣ ਦਾ ਮਤਲਬ ਕਿ ਬਿਲਕੁਲ ਦਇਆ ਹੀ ਨਹੀਂ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਦੀ ਤੇ ਬੜੀ ਸੋਭਾ ਸੀ। ਇਹ ਸਤਿਗੁਰੂ ਜੀ ਮਹਾਰਾਜ ਇਹ ਕੀ ਕਰੀ ਜਾ ਰਹੇ ਹੈ? ਇੱਕ ਹੱਥ ਤੇ ਬਾਜ ਹੈ, ਦੂਸਰੇ ਹੱਥ ਵਿੱਚ ਬਟੇਰਾ ਹੈ, ਉਹਨੂੰ ਵਿਚਾਰੇ ਨੂੰ ਨੋਚ ਕੇ ਖਵਾ ਰਹੇ ਹੈ। ਇਹ ਕਿੱਦਾਂ ਦੀ ਗੱਲ ਹੈ? ਇਸ ਗਤੀ ਦਾ ਪਤਾ ਨਹੀਂ ਲੱਗ ਸਕਦਾ। ਸਿੱਖ ਨੇ ਤਰਕ ਵਿਚਾਰੀ ਗਾਦੀ ਸ਼੍ਰੀ ਨਾਨਕ ਕੀ ਭਾਰੀ ਦਇਆ ਬਹੀਨ ਕਰਦੇ ਕਾਜਾ ਜਿਨਕੋ ਨਾਮ ਗਰੀਬ ਨਿਵਾਜਾ। ਕਿ ਇਹ ਵੇਖ ਕਰਕੇ ਹੁਣ ਸਿੱਖ ਨੇ ਆਪਣੇ ਮਨ ਦੇ ਵਿੱਚ ਬੜੀ ਸਾਰੀ ਤਰਕ ਵਿਚਾਰਨਾ ਕੀਤੀ, ਤਰਕ ਕੀਤੀ, ਪਰੰਤੂ ਮਨ ਦੇ ਵਿੱਚ ਸੋਚਿਆ ਅਤੇ ਨਾਲ ਹੀ ਮਨ ਦੇ ਵਿੱਚ ਸੋਚਦਾ ਹੈ ਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੱਦੀ ਬੜੀ ਉੱਚੀ ਤੇ ਸੁੱਚੀ ਹੈ, ਬੜੀ ਭਾਰੀ ਹੈ, ਇਹਦਾ ਕੋਈ ਵੀ ਮੁਕਾਬਲਾ ਨਹੀਂ ਕਰ ਸਕਦਾ। ਪਰ ਇਸ ਵਕਤ ਸਤਿਗੁਰੂ ਜੀ ਜਿਹੜਾ ਕਾਰਜ ਕਰ ਰਹੇ ਨਾ, ਇਹ ਦਇਆ ਰਹਿਤ ਹੈ। ਬਿਲਕੁਲ ਵੀ ਇਹਨਾਂ ਦੇ ਹਿਰਦੇ ਵਿੱਚ ਦਇਆ ਹੀ ਨਹੀਂ ਆ ਰਹੀ ਕਿ ਕਿਤਨਾ ਮਾੜਾ ਕਾਰਜ ਸਤਿਗੁਰੂ ਜੀ ਇਹ ਕਰਵਾਈ ਜਾ ਰਹੇ ਹੈ ਕਿ ਸਾਰੀਆਂ ਸੰਗਤਾਂ ਇਹਨਾਂ ਨੂੰ ਗਰੀਬ ਨਵਾਜ ਕਹਿ ਕਰਕੇ ਪੁਕਾਰਦੇ ਹੈ ਕਿ ਬਈ ਗਰੀਬਾਂ ਦੀ ਜੇ ਪੁਕਾਰ ਸੁਣਨ ਵਾਲੇ ਨੇ ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਘਰ ਹੀ ਹੈ, ਉੱਥੇ ਹੀ ਗਰੀਬ ਦੀ ਪੁਕਾਰ ਸੁਣੀ ਜਾਂਦੀ ਹੈ, ਹੋਰ ਤੇ ਕੋਈ ਸੁਣਨ ਵਾਲਾ ਨਹੀਂ। ਪਰ ਇੱਥੇ ਜਾਪਦਾ ਹੈ ਕਿ ਉਲਟ ਜਿਹਾ ਕੰਮ ਹੋਈ ਜਾ ਰਿਹਾ ਹੈ। ਤੇ ਤਰਕ ਕਰਦਿਆਂ ਹੋਇਆਂ ਸਿੱਖ ਨੇ ਮਨ ਦੇ ਵਿੱਚ ਵਿਚਾਰਿਆ ਕਿ ਕਾਂਸੀ ਤੋਂ ਅਸੀਂ ਤੇ ਚੱਲ ਕਰਕੇ ਆਏ ਸੀ ਸਤਿਗੁਰਾਂ ਦੇ ਦਰਸ਼ਨਦਾਰੇ ਕਰਨ ਵਾਸਤੇ, ਬੜੀ ਵੱਡੀ ਮਨ ਦੇ ਵਿੱਚ ਸ਼ਰਧਾ ਸੀ, ਭਾਵਨਾ ਸੀ, ਪਰ ਇੱਥੇ ਆ ਕਰਕੇ ਜੋ ਕੁਛ ਦੇਖਿਆ ਇਹ ਗੱਲ ਠੀਕ ਨਹੀਂ ਜਾਪਦੀ। ਹੁਣ ਇਸ ਤਰ੍ਹਾਂ ਇਹਨੇ ਆਪਣੇ ਮਨ ਦੇ ਵਿੱਚ ਇਹ ਵਿਚਾਰਨਾ ਕੀਤਾ, ਇਹ ਗੱਲ ਆਪਣੇ ਮਨ ਦੇ ਵਿੱਚ ਵਿਚਾਰੀ ਹੈ। ਜਾਨੀ ਜਾਣ ਸਤਿਗੁਰੂ ਜੀ ਮਹਾਰਾਜ ਇਹਦੇ ਮਨ ਦੀ ਗੱਲ ਜਿਹੜੀ ਉਹ ਜਾਣ ਗਏ। ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ। ਸਤਿਗੁਰੂ ਜੀ ਵੀ ਸਮਝ ਗਏ ਕਿ ਸਿੱਖ ਨੇ ਮਨ ਦੇ ਵਿੱਚ ਨਫ਼ਰਤ ਕਰਨਾ ਕੀਤੀ ਹੈ, ਤਰਕ ਕੀਤੇ ਹੈ, ਪਰ ਇਹ ਅਸਲ ਭੇਦ ਨੂੰ ਜਾਣਦਾ ਨਹੀਂ। ਇਹਦਾ ਸ਼ੰਕਾ ਜਿਹੜਾ ਜ਼ਰੂਰ ਨਿਵਰਤ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਬੜਾ ਸਿਆਣਾ ਸਿੱਖ ਹੈ, ਬੜੀ ਸ਼ਰਧਾ ਲੈ ਕਰਕੇ ਆਇਆ ਹੈ। ਪਰ ਸਾਡਾ ਇਹ ਫਰਜ਼ ਹੈ ਕਿ ਇਹਦਾ ਸ਼ੰਕਾ ਨਿਵਰਤ ਕਰਨਾ। ਜੇ ਇਹ ਸ਼ੰਕਾ ਦੇ ਵਿੱਚ ਰਹਿ ਜਾਏਗਾ, ਇਹਦੀ ਜਿਹੜੀ ਸ਼ਰਧਾ ਹੈ ਨਾ, ਭਾਵਨਾ ਜਿਹੜੀ ਹੈ ਉਹ ਖੰਭ ਲਾ ਕਰਕੇ ਉੱਡ ਜਾਏਗੀ। ਇੱਦਾਂ ਫਿਰ ਸਤਿਗੁਰਾਂ ਨੇ ਆਪਣੇ ਮਨ ਦੇ ਵਿੱਚ ਸਭ ਕੁਝ ਜਾਣਨਾ ਕੀਤਾ ਹੈ।
ਸਤਿਗੁਰੂ ਜੀ ਮਹਾਰਾਜ ਕਹਿਣ ਲੱਗੇ, ਗੁਰਸਿੱਖਾ ਜੋ ਕੁਛ ਤੁਸਾਂ ਨੇ ਮਨ ਦੇ ਵਿੱਚ ਸੋਚਿਆ ਨਾ, ਤੁਸੀਂ ਅਸਲ ਭੇਦ ਤੋਂ ਅਣਜਾਣ ਹੋ। ਧੁਰ ਦੇ ਭੇਦ ਤੋਂ ਤੁਸੀਂ ਜਾਣਦੇ ਨਹੀਂ। ਜੋ ਉਹਦੇ ਘਰ ਦਾ ਭੇਦ ਹੈ ਨਾ, ਉਹਦੇ ਤੋਂ ਤੁਸੀਂ ਅਣਜਾਣ ਹੋ, ਤੁਹਾਨੂੰ ਪਤਾ ਨਹੀਂ। ਹੁਣ ਸਿੱਖ ਸਤਿਗੁਰੂ ਜੀ ਪਾਸੋਂ ਇਹ ਸੁਣ ਕਰਕੇ ਬੜਾ ਹੈਰਾਨ ਹੋਇਆ ਤੇ ਦੀਨ ਜਿਹਾ ਹੋ ਕਰਕੇ ਸਤਿਗੁਰੂ ਜੀ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ। ਸਮਝ ਗਿਆ ਕਿ ਸਤਿਗੁਰੂ ਜੀ ਮਹਾਰਾਜ ਜਾਨੀ ਜਾਨ ਨੇ। ਮੈਂ ਮੁਖ ਦੇ ਵਿੱਚੋਂ ਕੁਝ ਬੋਲਣਾ ਨਹੀਂ ਕੀਤਾ, ਵਿਚਾਰਿਆ ਤੇ ਹਿਰਦੇ ਵਿੱਚ ਹੀ ਹੈ ਨਾ, ਪਰ ਸਤਿਗੁਰੂ ਜੀ ਮਹਾਰਾਜ ਤੇ ਸਾਰਾ ਕੁਝ ਹੀ ਜਾਣ ਗਏ। ਬੜਾ ਹੈਰਾਨ ਹੋਇਆ, ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ। ਹੱਥ ਜੋੜ ਕੇ ਬੇਨਤੀ ਕਰਦਾ ਹੈ, ਕਹਿੰਦਾ ਕਿਰਪਾ ਨਿਧਾਨ ਸਤਿਗੁਰੂ, ਤੁਸੀਂ ਘਟ ਘਟ ਦੀ ਜਾਣਨ ਵਾਲੇ ਹੋ, ਸਭ ਦੇ ਮਨ ਦੀ ਜਾਣਨ ਵਾਲੇ ਹੋ। ਮੇਰੇ ਵਿੱਚ ਕਿਹੜੀ ਇਤਨੀ ਵੱਡੀ ਸਮਰੱਥਾ ਹੈ ਕਿ ਮੈਂ ਕੀ ਜਾਣ ਸਕਦਾ। ਮੈਂ ਤੁਹਾਡੀ ਬਰਾਬਰਤਾ ਨਹੀਂ ਕਰ ਸਕਦਾ, ਮੇਰੀ ਤੁਛ ਬੁੱਧੀ ਹੈ। ਇਸ ਵਾਸਤੇ ਮੇਰੇ ਮਨ ਦੇ ਵਿੱਚ ਬੜਾ ਸਾਰਾ ਸ਼ੰਕਾ ਹੋਇਆ ਕਿ ਤੁਸੀਂ ਇਸ ਬਟੇਰੇ ਦਾ ਮਾਸ ਜਿਹੜਾ ਬਾਜ ਨੂੰ ਖਵਾਈ ਜਾ ਰਹੇ ਹੋ, ਤੇ ਮੇਰੇ ਮਨ ਦੇ ਵਿੱਚ ਵਾਕਈ ਇਹ ਤਰਕ ਆਉਣਾ ਕੀਤੀ ਹੈ। ਸਤਿਗੁਰੂ ਜੀ ਮਹਾਰਾਜ ਕਹਿਣ ਲੱਗੇ, ਗੁਰਸਿੱਖਾ ਬੈਠ ਜਾਓ ਚੌਂਕੜਾ ਲਗਾ ਕਰਕੇ। ਅਸੀਂ ਤੁਹਾਨੂੰ ਇਹਨਾਂ ਦੋਹਾਂ ਦੀ ਕਹਾਣੀ, ਪਿਛਲੀ ਜਿਹੜੀ ਕਹਾਣੀ ਹੈ ਨਾ, ਉਹ ਸੁਣਾਣੀ ਕਰਦੇ ਹਾਂ ਕਿ ਜੋ ਕੁਛ ਵੀ ਇਸ ਪੰਛੀਆਂ ਦੀ ਪਿਛਲੀ ਕਥਾ ਹੈ ਨਾ, ਕਹਾਣੀ ਹੈ, ਉਹ ਤੁਹਾਨੂੰ ਦੱਸਦੇ ਆ। ਜਿਹੜਾ ਵੀ ਇਹਨਾਂ ਦਾ ਵਰਤਾਂਤ ਹੈ ਕਿ ਇਹ ਜਿਹੜਾ ਬਟੇਰਾ ਹੈ ਜਿਹਦਾ ਅਸੀਂ ਮਾਸ ਬਾਜ ਨੂੰ ਖਵਾ ਰਹੇ ਹਾਂ ਨਾ, ਇਹ ਪਹਿਲੇ ਜਨਮ ਦੇ ਵਿੱਚ ਮਲਾਹਾ ਸੀ, ਜਿਹੜਾ ਕਿ ਦਰਿਆ ਦੇ ਵਿੱਚ ਬੇੜੀ ਚਲਾਇਆ ਕਰਦਾ ਸੀ। ਆਏ ਹੋਏ ਲੋਕਾਂ ਨੂੰ ਆਰ ਪਾਰ ਕਰਕੇ ਤੇ ਉਹਨਾਂ ਪਾਸੋਂ ਕਿਰਾਇਆ ਲੈਂਦਾ ਸੀ, ਮਜ਼ਦੂਰੀ ਲੈ ਕਰਕੇ ਸਾਰਿਆਂ ਨੂੰ ਇੱਕ ਪਾਸੇ ਤੋਂ ਦੂਸਰੇ ਪਾਸੇ ਪਾਰ ਕਰਦਾ ਸੀ। ਤੇ ਨਾਲ ਹੀ ਸਤਿਗੁਰੂ ਜੀ ਕਹਿਣ ਲੱਗੇ ਕਿ ਸਿੱਖਾ, ਇਹ ਜੋ ਤੂੰ ਬਾਜ ਦੇਖ ਰਿਹਾ ਹੈ, ਇਹ ਚੌਥੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੇ ਘਰ ਦਾ ਸਿੱਖ ਸੀ। ਇਹ ਗੁਰੂ ਦਰਬਾਰ ਦਾ ਸਿੱਖ ਸੀ ਅਤੇ ਸਤਿਗੁਰਾਂ ਨੇ ਇਸ ਨੂੰ ਕਿਸੇ ਕਾਰਜ ਵਾਸਤੇ ਭੇਜਣਾ ਕੀਤਾ ਤੇ ਚਲਦਾ ਚਲਦਾ ਇਹ ਮਲਾਹ ਦੇ ਪਾਸ ਆ ਗਿਆ, ਕਿਉਂਕਿ ਇਹਨੇ ਵੀ ਦਰਿਆ ਪਾਰ ਕਰਨਾ ਸੀ। ਜਿਹੜਾ ਸਤਿਗੁਰਾਂ ਦਾ ਕਾਰਜ ਸੀ ਉਹ ਦਰਿਆ ਪਾਰ ਤੋਂ ਜਾ ਕਰਕੇ ਹੋਣਾ ਸੀ। ਤੇ ਇਹ ਸਿੱਖ ਦਰਿਆ ਦੇ ਕੰਢੇ ਤੇ ਪਹੁੰਚ ਗਿਆ। ਇਸ ਮਲਾਹ ਨੂੰ ਆ ਕਰਕੇ ਮਿਲਣਾ ਕੀਤਾ, ਬੇਨਤੀ ਕੀਤੀ ਕਿ ਮਲਾਹ ਜੀ, ਮੈਂ ਵੀ ਇਸ ਦਰਿਆ ਤੋਂ ਅਗਲੇ ਪਾਰ ਜਾਣਾ ਹੈ। ਤੇ ਸਿੱਖ ਕਹਿਣ ਲੱਗਾ ਕਿ ਮੈਨੂੰ ਬੜੀ ਸਾਰੀ ਜਲਦੀ ਹੈ, ਕਿਉਂਕਿ ਸਤਿਗੁਰਾਂ ਨੇ ਮੈਨੂੰ ਕਿਸੇ ਕਾਰਜ ਵਾਸਤੇ ਭੇਜਣਾ ਕੀਤਾ ਹੈ। ਮੈਂ ਕਿਸੇ ਦੇਰ ਤੋਂ ਬਗੈਰ ਸਤਿਗੁਰਾਂ ਦਾ ਇਹ ਕਾਰਜ ਕਰਕੇ ਵਾਪਸ ਆ ਕੇ ਸਤਿਗੁਰਾਂ ਦੀਆਂ ਖੁਸ਼ੀਆਂ ਲੈਣੀਆਂ ਚਾਹੁੰਦਾ। ਤੇ ਜਦੋਂ ਹੁਣ ਇੱਦਾਂ ਬੇਨਤੀ ਕਰਕੇ ਇਹ ਸਿੱਖ ਬੇੜੀ ਦੇ ਵਿੱਚ ਬੈਠ ਗਿਆ ਨਾ, ਤੇ ਬੇੜੀ ਜਿਹੜੀ ਉਹ ਦਰਿਆ ਦੇ ਵਿੱਚ ਚਲੀ ਗਈ। ਠੇਲ ਦਿੱਤੀ ਮਲਾਹ ਨੇ ਆਪਣੀ ਬੇੜੀ ਜਿਹੜੀ ਉਹ ਠੇਲਣਾ ਕੀਤੀ ਹੈ। ਕਿ ਜਦੋਂ ਹੁਣ ਅੱਧ ਵਾਟੇ ਬੇੜੀ ਜਾ ਰਹੀ ਸੀ ਤੇ ਮਲਾਹ ਨੇ ਫਿਰ ਸਾਰਿਆਂ ਪਾਸੋਂ ਕਿਰਾਇਆ ਵਸੂਲਣਾ ਕੀਤਾ, ਸਾਰਿਆਂ ਪਾਸੋਂ ਕਿਰਾਇਆ ਵਸੂਲਣਾ ਕੀਤਾ। ਪਰ ਇਸ ਸਿੱਖ ਦੇ ਪਾਸ ਉਸ ਵਕਤ 5 ਪੈਸੇ ਸੀ, ਕੇਵਲ ਤੇ ਕੇਵਲ ਇਹਦੇ ਪਾਸ 5 ਪੈਸੇ ਸੀ ਕਿ ਉਹ ਸਾਰੇ ਪੈਸੇ ਇਸ ਮਲਾਹ ਨੂੰ ਦੇ ਰਿਹਾ ਸੀ। ਪਰ
ਮਲਾਹ ਨੇ ਇਹ 5 ਪੈਸੇ ਦੇਣਾ ਨਾ ਕੀਤੇ ਤੇ ਸਿੱਖ ਨੂੰ ਬੜੀਆਂ ਸਾਰੀਆਂ ਝਿੜਕਾਂ ਦੇਣੀਆਂ ਕੀਤੀਆਂ, ਬੁਰਾ ਭਲਾ ਵੀ ਬੋਲਣਾ ਕੀਤਾ। ਗੁੱਸੇ ਵਿੱਚ ਆ ਗਿਆ ਕਿ ਤੂੰ ਮੇਰਾ ਪੂਰਾ ਕਿਰਾਇਆ ਦੇ ਨਹੀਂ ਰਿਹਾ। ਪਰ ਸਿੱਖ ਦੇ ਪਾਸ ਹੈਗੀ 5 ਪੈਸੇ ਸੀ। ਉਹ ਕਹਿਣ ਲੱਗਾ, ਮਲਾਹ ਜੀ ਇਹ ਤੁਸੀਂ ਲੈ ਲਵੋ ਤੇ ਮੈਂ ਸਤਿਗੁਰਾਂ ਦਾ ਕਾਰਜ ਕਰਕੇ ਵਾਪਸ ਮੁੜਨਾ, ਫਿਰ ਤੁਹਾਨੂੰ ਇਹ ਪੈਸੇ ਦੇ ਦੇਵਾਂਗਾ, ਪਰ ਇਹ ਮੇਰੇ 5 ਪੈਸੇ ਪ੍ਰਵਾਨ ਕਰਨਾ ਕਰੋ ਜੀ। ਤੇ ਜਦੋਂ ਹੁਣ ਸਿੱਖ 5 ਪੈਸੇ ਦੇ ਰਿਹਾ ਸੀ ਤੇ ਇਸ ਮਲਾਹ ਨੇ ਲੈਣ ਤੋਂ ਇਨਕਾਰ ਕਰ ਦਿੱਤੇ। ਬੜਾ ਸਾਰਾ ਸਿੱਖ ਨੂੰ ਝਿੜਕਿਆ ਤੇ ਝਿੜਕ ਕਰਕੇ ਨਾਲ ਤੁਰਕਾਂ ਨੂੰ ਵੀ ਮਾੜਾ ਭਲਾ ਬੋਲਣਾ ਕੀਤਾ ਕਿ ਉਹਨਾਂ ਨੇ ਬੜਾ ਸਾਰਾ ਟੈਕਸ ਲਗਾਉਣਾ ਕੀਤਾ ਹੋਇਆ ਹੈ, ਇਸ ਵਾਸਤੇ ਇਸ ਤੋਂ ਚੌਗੁਣੇ ਪੈਸੇ ਦਿਓ ਤੇ ਫਿਰ ਤੁਸੀਂ ਜਾ ਸਕਦੇ ਹੋ। ਚੌਗੁਣੇ ਪੈਸੇ ਇਸ ਮਲਾਹ ਨੇ ਮੰਗ ਲਏ ਸਿੱਖ ਪਾਸੋਂ। ਕਹਿਣ ਲੱਗਾ, ਮੈਂ ਕੀ ਕਰਾਂ, ਤੁਰਕਾਂ ਨੇ ਬੜਾ ਸਾਰਾ ਜੀਜੀਆ ਟੈਕਸ ਲਗਾਉਣਾ ਕੀਤਾ ਹੋਇਆ ਹੈ, ਇਸੇ ਵਾਸਤੇ ਮੈਨੂੰ ਕਿਰਾਇਆ ਵੱਧ ਲੈਣਾ ਪੈਂਦਾ ਹੈ ਤੇ ਚੌਗੁਣੇ ਪੈਸੇ ਮੈਨੂੰ ਦੇ ਕਰਕੇ ਜਾਓ। ਹੁਣ ਇਹ ਸੁਣ ਕਰਕੇ ਨਾ ਸਿੱਖ ਨੇ ਧੰਨ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਕਹਿਣ ਲੱਗੇ, ਭਾਈ ਸਾਹਿਬ ਸਿੱਖ ਨੇ ਬੇਨਤੀ ਕੀਤੀ ਹੈ ਕਿ ਭਾਈ ਹੁਣ ਮੇਰੇ ਪਾਸ ਹੋਰ ਕੁਝ ਵੀ ਹੈ ਨਹੀਂ, ਕੇਵਲ ਤੇ ਕੇਵਲ ਇਹ 5 ਪੈਸੇ ਹੈ, ਇਹ ਤੁਸੀਂ ਲੈ ਲਵੋ, ਬਾਅਦ ਵਿੱਚ ਮੈਂ ਆ ਕਰਕੇ ਤੁਹਾਨੂੰ ਪੈਸੇ ਦੇਣਾ ਕਰਾਂਗਾ। ਕਿ ਤੁਸੀਂ ਇਹ ਪੈਸੇ ਲੈ ਲਵੋ, ਮੈਂ ਕਾਰਜ ਕਰਨ ਵਾਸਤੇ ਜਾਣਾ, ਐਵੇਂ ਮੇਰੇ ਨਾਲ ਤੁਸੀਂ ਇਹ ਝਗੜਾ ਨਾ ਕਰੋ। ਹੁਣ ਸਿੱਖ ਕਹਿ ਰਿਹਾ ਸੀ, ਪਰ ਇਹ ਮਲਾਹ ਹੁਣ ਗੁੱਸੇ ਵਿੱਚ ਹੋਇਆ, ਇਤਨਾ ਮੂਰਖ ਬਣ ਗਿਆ, ਇਹਨੇ ਕਿਸੇ ਤਰ੍ਹਾਂ ਵੀ ਕੋਈ ਸਿੱਖ ਦੀ ਗੱਲ ਮੰਨਣਾ ਨਹੀਂ ਕੀਤੀ ਅਤੇ ਇਤਨਾ ਕ੍ਰੋਧ ਵਿੱਚ ਆ ਗਿਆ ਕਿ ਸਿੱਖ ਨੂੰ ਆਪਣੇ ਹੱਥਾਂ ਦੇ ਨਾਲ ਪਕੜਨਾ ਕਰ ਲਿਆ। ਕਿਉਂਕਿ ਜਿਹੜੀਆਂ ਇਹ 2 ਚੀਜ਼ਾਂ ਨੇ ਨਾ ਗੁਰੂ ਪਿਆਰਿਓ, ਕ੍ਰੋਧ ਤੇ ਹੰਕਾਰ, ਇਹ ਬੰਦੇ ਦੀ ਮੱਤ ਮਾਰ ਦਿੰਦੇ ਆ ਤੇ ਬਾਅਦ ਵਿੱਚ ਇਹਨੂੰ ਬੜਾ ਸਾਰਾ ਪਛਤਾਵਾ ਝੱਲਣਾ ਪੈਂਦਾ ਹੈ। ਪਰ ਜਦੋਂ ਕੰਮ ਵਿਗੜ ਜਾਏ ਫਿਰ ਪਛਤਾਵਾ ਕੀਤਾ ਭਾਵੇਂ ਨਾ ਕੀਤਾ। ਇਸ ਵਾਸਤੇ ਇਹ ਬੜਾ ਗੁੱਸੇ ਵਿੱਚ ਆ ਗਿਆ ਮਲਾਹ। ਇਹਨੇ ਜਿੱਥੇ ਮਾੜਾ ਚੰਗਾ ਬੋਲਿਆ ਉੱਥੇ ਫਿਰ ਸਿੱਖ ਨੂੰ ਪਕੜਨਾ ਕੀਤਾ ਹੈ। ਕਿ ਇਸ ਮਲਾਹ ਨੇ ਸਿੱਖ ਨੂੰ ਜਿੱਥੇ ਮਾਰਨਾ ਕੀਤਾ ਉੱਥੇ ਆਪਣੇ ਬਲ ਦੇ ਨਾਲ ਚੁੱਕ ਕੇ ਦਰਿਆ ਦੇ ਵਿੱਚ ਸੁੱਟ ਦਿੱਤਾ, ਬੇੜੀ ਤੋਂ ਲਾਹ ਕਰਕੇ ਦਰਿਆ ਦੇ ਵਿੱਚ ਸੁੱਟ ਦਿੱਤਾ। ਹੁਣ ਸਿੱਖ ਬੜਾ ਗੁੱਸੇ ਵਿੱਚ ਆਇਆ, ਪਰ ਹੁਣ ਇਸ ਦੀ ਵਾਹ ਨਹੀਂ ਸੀ ਜਾਂਦੀ। ਦੇਖ ਰਿਹਾ ਸੀ ਸਿੱਖ ਕਿ ਮੈਨੂੰ ਤਰਨਾ ਨਹੀਂ ਆਉਂਦਾ, ਹੁਣ ਮੇਰੀ ਮੌਤ ਹੋ ਜਾਏਗੀ। ਪਰ ਜਾਂਦਾ ਜਾਂਦਾ ਇਹ ਕਹਿਣ ਲੱਗਾ ਕਿ ਜੇ ਮੇਰਾ ਵਸ ਚੱਲੇਗਾ ਨਾ, ਜਿਵੇਂ ਤੂੰ ਲੋਕਾਂ ਪਾਸੋਂ ਇਤਨਾ ਕਿਰਾਇਆ ਵਸੂਲਣਾ, ਲੋਕਾਂ ਦਾ ਖੂਨ ਚੂਸ ਰਿਹਾ, ਮੈਂ ਵੀ ਵੱਢ ਵੱਢ ਕੇ ਤੇਰਾ ਮਾਸ ਖਾਣਾ ਕਰਾਂਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਸਿੱਖ ਨੇ ਇਹ ਬਚਨ ਮੁਖ ਵਿੱਚੋਂ ਕਹਿਣਾ ਕੀਤੇ ਹਨ। ਕਿ ਨਾ ਸਤਿਗੁਰਾਂ ਦੇ ਡਰ ਮੰਨਣਾ ਕੀਤਾ ਤੇ ਨਾ ਹੀ ਸਿੱਖ ਤੇ ਦਇਆ ਕੀਤੀ ਹੈ। ਹੁਣ ਸਿੱਖ ਵਿਚਾਰਾ ਇਸ ਦਰਿਆ ਦੇ ਵਿੱਚ ਡੁੱਬ ਕੇ ਉਹਦੀ ਮੌਤ ਹੋ ਗਈ, ਪ੍ਰਾਣ ਤਿਆਗ ਗਿਆ। ਹੁਣ ਸਿੱਖ ਨੇ ਪ੍ਰਾਣ ਤਿਆਗ ਦਿੱਤੇ ਤੇ ਉਸ ਤੋਂ ਬਾਅਦ ਇਹ ਬਾਜ ਦੀ ਜੂਨ ਵਿੱਚ ਪੈ ਗਿਆ, ਕਿਉਂਕਿ ਲੇਖੇ ਜੋਖੇ ਤੇ ਹੋਣਾ ਹੀ ਹੈ। ਇਹ ਸਿੱਖ ਬਾਜ ਦੀ ਜੂਨ ਵਿੱਚ ਪੈ ਗਿਆ ਤੇ ਕੁਦਰਤੀ ਚਲਦੇ ਚਲਦੇ ਇਸ ਨੇ ਫਿਰ ਸਾਡੇ ਪਾਸ ਆਉਣਾ ਕੀਤਾ ਹੈ। ਕਿ ਇਹ ਜਿਹੜਾ ਮਲਾਹ ਸੀ ਇਹ ਮਰ ਕਰਕੇ ਵਡੇਰੇ ਦੀ ਜੂਨ ਵਿੱਚ ਪੈ ਗਿਆ ਤੇ ਹੁਣ ਉਹੀ ਇਹਨਾਂ ਦਾ ਲੇਖਾ ਜੋਖਾ ਕਰਵਾ ਰਹੇ ਆ। ਧੰਨ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਕਹਿਣ ਲੱਗੇ, ਸਿੱਖਾ
ਹੁਣ ਇਹਨਾਂ ਦਾ ਲੇਖਾ ਜੋਖਾ ਹੋ ਰਿਹਾ ਹੈ, ਪਿਛਲੇ ਜਨਮ ਦਾ ਇਹ ਬਦਲਾ ਦੇ ਰਿਹਾ ਮਰਾ ਕਿ ਫਿਰ ਇਹ ਦੋਵੇਂ ਸਰੀਰ ਜਦੋਂ ਇਦਾਂ ਹੋ ਜਾਏਗਾ ਫਿਰ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਣਗੇ, ਇਹਨਾਂ ਨੂੰ ਮੁਕਤੀ ਦੀ ਦਾਤ ਪ੍ਰਾਪਤ ਹੋ ਜਾਏਗੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਕਹਿਣ ਲੱਗੇ, ਗੁਰਸਿੱਖਾ ਮਨ ਦੇ ਵਿੱਚ ਤਰਕ ਨਾ ਕਰ, ਇਹ ਲੇਖੇ ਜੋਖੇ ਹੈ, ਦੇ ਕਰਕੇ ਜਾਨ ਛਡਾਣੀ ਪੈਂਦੀ ਹੈ। ਜੇ ਵੇਹੇ ਕਰਮ ਕਮਾਉਂਦਾ ਤਾਂ ਵੇਹੇ ਪਲਤੇ, ਜਿੱਦਾਂ ਦੇ ਕੋਈ ਕਰਮ ਕਰਦਾ ਉਦਾਂ ਦਾ ਫਲ ਉਸਨੂੰ ਭੋਗਣਾ ਹੀ ਪਵੇਗਾ। ਇਸ ਨੇ ਗੁੱਸੇ ਵਿੱਚ ਆ ਕਰਕੇ ਸਿੱਖ ਨੂੰ ਮਾਰਨਾ ਕੀਤਾ ਸੀ, ਤੇ ਸਿੱਖ ਜਾਂਦਾ ਜਾਂਦਾ ਇਹ ਬਚਨ ਕਰ ਗਿਆ, ਗੁਰੂ ਦਾ ਸਿੱਖ ਸੀ, ਪਰ ਇਹ ਲੇਖਾ ਜੋਖਾ ਫਿਰ ਇਹਨੂੰ ਬਟੇਰਾ ਬਣ ਕੇ ਦੇਣਾ ਪੈ ਗਿਆ। ਇਸ ਵਾਸਤੇ ਇਹਨਾਂ ਨੂੰ ਹੁਣ ਜਨਮ ਮਰਨ ਦੇ ਗੇੜ ਵਿੱਚ ਪੈਣ ਦੀ ਲੋੜ ਨਹੀਂ ਪਵੇਗੀ। ਕਿ ਇਸ ਤਰ੍ਹਾਂ ਇਹ ਦੋਵੇਂ ਸਰੀਰ ਛੱਡ ਗਏ। ਕਹਿਣ ਦਾ ਭਾਵ ਕਿ ਬਾਜ ਵੀ ਸਰੀਰ ਛੱਡ ਗਿਆ ਤੇ ਇਹ ਬਟੇਰਾ ਵੀ ਸਰੀਰ ਛੱਡ ਗਿਆ। ਤੇ ਜਦੋਂ ਇਹਨਾਂ ਨੇ ਸਰੀਰ ਛੱਡਿਆ ਨਾ ਤੇ ਆਕਾਸ਼ ਵਾਲੇ ਪਾਸੇ ਤੋਂ ਬੜਾ ਪ੍ਰਕਾਸ਼ ਹੋਣਾ ਕੀਤਾ, ਤੇ ਇਸ ਕਾਂਸ਼ੀ ਵਾਲੇ ਸਿੱਖ ਨੇ ਆਪਣੇ ਨੇਤਰ ਉੱਪਰ ਚੁੱਕ ਕਰਕੇ ਦੇਖਣਾ ਕੀਤਾ। ਤੇ ਜਦੋਂ ਇਸਨੇ ਦੇਖਣਾ ਕੀਤਾ ਨਾ, ਧੰਨ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਦੇ ਹਸਤ ਕਮਲਾਂ ਦੇ ਲਾਗੇ ਦੋ ਬਬਾਨ ਆਉਣਾ ਕੀਤੇ ਹੈ। ਦੋ ਬਬਾਨ ਆਉਣਾ ਕੀਤੇ ਹੈ ਕਿ ਇਹ ਦੋਨੋਂ ਜਣੇ ਬੜਾ ਵੱਡਾ ਸੁਖ ਪਾ ਕਰਕੇ ਇਹਨਾਂ ਉੱਤੇ ਸਵਾਰ ਹੋ ਗਏ ਤੇ ਸਵਰਗਾਂ ਦੇ ਵਿੱਚ ਜਾ ਕਰਕੇ ਵਾਸਾ ਕਰ ਲਿਆ। ਤੇ ਜਦੋਂ ਹੁਣ ਇਹ ਚਲੇ ਗਏ, ਸਿੱਖ ਨੇ ਫੇਰ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ। ਇਹ ਕਾਂਸ਼ੀ ਵਾਲੇ ਸਿੱਖ ਨੇ ਫਿਰ ਬੇਨਤੀ ਕੀਤੀ ਹੈ, ਕਹਿਣ ਲੱਗਾ, ਸਤਿਗੁਰੂ ਇਹ ਆਕਾਸ਼ ਵਾਲੇ ਪਾਸੇ ਕੈਸਾ ਪ੍ਰਕਾਸ਼ ਹੋਣਾ ਕੀਤਾ ਹੈ ਕਿ ਇਹਨਾਂ ਦੇ ਮਰਨ ਤੋਂ ਤੁਰੰਤ ਬਾਅਦ ਹੀ ਬੜੀ ਰੋਸ਼ਨੀ ਹੋਈ, ਪਰ ਪਲਕ ਚਮਕਣ ਦੇ ਨਾਲ ਹੀ ਇਹ ਸਭ ਕੁਝ ਹਟ ਗਿਆ, ਕਿਸੇ ਵੀ ਦਿਖਾਈ ਨਾ ਦੇਣਾ ਕੀਤੀ। ਇੱਕ ਪਲ ਦੇ ਵਿੱਚ ਇਹ ਸਾਰਾ ਕੌਤਕ ਵਰਤਣਾ ਕੀਤਾ ਹੈ। ਧੰਨ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ, ਜਿੱਥੇ ਤੁਸਾਂ ਨੇ ਇਹਨਾਂ ਦੇ ਲੇਖੇ ਜੋਖੇ ਨੂੰ ਕਹਿ ਕਰਕੇ ਸਮਝਾਉਣਾ ਕੀਤਾ, ਹੁਣ ਇਹ ਵੀ ਦੱਸ ਦਿਓ ਕਿ ਇਹ ਪ੍ਰਕਾਸ਼ ਕਾਹਦਾ ਹੋਣਾ ਕੀਤਾ ਹੈ। ਸਤਿਗੁਰੂ ਜੀ ਮਹਾਰਾਜ ਕਹਿਣ ਲੱਗੇ ਕਿ ਭਾਈ ਗੁਰਸਿੱਖਾ, ਲੇਖਾ ਜੋਖਾ ਦੇ ਕਰਕੇ ਉਹ ਸੁਰਗਾਂ ਨੂੰ ਚਲੇ ਗਏ ਹੈ, ਤੇ ਜਿਹੜਾ ਪ੍ਰਕਾਸ਼ ਪ੍ਰਗਟ ਹੋਇਆ ਉਹ ਜੋ ਉਹਨਾਂ ਨੂੰ ਬਵਾਨ ਲੈਣ ਵਾਸਤੇ ਆਏ ਸੀ ਉਹਨਾਂ ਨੇ ਪ੍ਰਕਾਸ਼ ਕਰਨਾ ਕੀਤਾ ਸੀ। ਤੇ ਜਦੋਂ ਹੁਣ ਸਿੱਖ ਨੇ ਇਹ ਕੁਝ ਸੁਣਿਆ, ਦੋਨੋਂ ਹੱਥ ਜੋੜ ਕਰਕੇ ਸਤਿਗੁਰਾਂ ਦੇ ਚਰਨਾਂ ਤੇ ਢਹਿ ਪਿਆ। ਕਾਂਸ਼ੀ ਵਾਲਾ ਸਿੱਖ ਦੋਨੋਂ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਤੇ ਢਹਿ ਪਿਆ, ਕਹਿਣ ਲੱਗਾ, ਸਤਿਗੁਰੂ ਜੀ ਮੇਰੇ ਪਾਸੋਂ ਬੜੀ ਵੱਡੀ ਭੁੱਲ ਹੋਣਾ ਕੀਤੀ ਹੈ। ਮੈਂ ਆਪਣੀ ਸਿਆਣਪ ਤੇ ਇਹ ਕਿੰਤੂ ਪਰੰਤੂ ਕਰ ਬੈਠਾ। ਇਸ ਭੇਦ ਨੂੰ ਮੈਂ ਜਾਣਦਾ ਨਹੀਂ ਸੀ। ਕਿਰਪਾ ਦੇ ਘਰ ਵਿੱਚ ਆ ਕਰਕੇ ਮੈਨੂੰ ਬਖਸ਼ਣਾ ਕਰ ਦਿਓ, ਰਹਿਮਤ ਕਰ ਦਿਓ। ਤੇ ਇਦਾਂ ਹੁਣ ਸਤਿਗੁਰਾਂ ਦੇ ਚਰਨਾਂ ਵਿੱਚੋਂ ਇਹ ਬਖਸ਼ਾ ਕਰਕੇ ਨਾ ਫਿਰ ਵਾਪਸ ਫਟਾਫਟ ਜਿਹੜੀਆਂ ਸੰਗਤਾਂ ਦੇ ਨਾਲ ਇਹ ਆਇਆ ਸੀ ਨਾ, ਇਹ ਸਭ ਕੁਝ ਕੌਤਕ ਦੇਖ ਕੇ ਤੇ ਉਹਨਾਂ ਸੰਗਤਾਂ ਦੇ ਪਾਸ ਚਲਾ ਗਿਆ। ਜਾ ਕਰਕੇ ਆਪਣੀਆਂ ਕਾਂਸ਼ੀ ਵਾਲੀਆਂ ਸੰਗਤਾਂ ਨੂੰ ਮਿਲਿਆ ਤੇ ਬੜੇ ਪ੍ਰਸੰਨਚਿਤ ਹੋ ਕਰਕੇ ਆਪਣੀਆਂ ਸੰਗਤਾਂ ਨੂੰ ਇਹ ਕੌਤਕ ਦੱਸਿਆ। ਤੇ ਸੰਗਤਾਂ ਸੁਣ ਕਰਕੇ ਬੜੀਆਂ ਹੈਰਾਨ ਹੋਈਆਂ ਤੇ ਬੜੀ ਕਾਹਲੀ ਦੇ ਨਾਲ ਫਿਰ ਸਾਰੀਆਂ ਸੰਗਤਾਂ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਆਈਆਂ। ਕਹਿਣ ਲੱਗੀਆਂ, ਚਲੋ ਭਾਈ ਦੱਸੋ, ਜਿੱਥੇ ਸਤਿਗੁਰੂ ਜੀ ਮਹਾਰਾਜ ਸੁਭਾਏਮਾਨ ਨੇ ਅਸੀਂ ਵੀ ਜਲਦੀ ਚੱਲਦੇ ਆ, ਜੇ ਤੁਹਾਡੇ ਨਾਲ ਚਲੇ ਜਾਂਦੇ ਤੇ ਕੌਤਕ ਅਸੀਂ ਵੀ ਵੇਖ ਲੈਂਦੇ। ਇੱਦਾਂ ਫਿਰ ਬੜੀ ਕਾਹਲੀ ਦੇ ਨਾਲ ਇਹ ਕਾਂਸੀ ਵਾਲੀਆਂ ਸੰਗਤਾਂ
ਸਤਿਗੁਰਾਂ ਦੇ ਚਰਨਾਂ ਵਿੱਚ ਆ ਰਹੀਆਂ ਹਨ। सतगुरु अपने थल आए बैठे बड़ो दीवान लगाए शब्द रबाबी गावन लागे सुने सिख गुर पग अनुरागे। ਹੁਣ ਸਤਿਗੁਰੂ ਜੀ ਮਹਾਰਾਜ ਆਪਣੇ ਸਥਾਨ ਤੇ ਆ ਕਰਕੇ ਬਰਾਜੇ, ਦੀਵਾਨ ਸਜ ਗਿਆ, ਰਬਾਬੀ ਕੀਰਤਨ ਕਰ ਰਹੇ ਹੈ। ਗੁਰੂ ਕੀਆਂ ਸਿੱਖ ਸੰਗਤਾਂ ਬੈਠ ਕਰਕੇ ਸਰਵਣ ਕਰਕੇ ਤੇ ਬੜਾ ਵੱਡਾ ਆਨੰਦ ਪ੍ਰਾਪਤ ਕਰ ਰਹੀ ਹੈ। ਸਾਰੀਆਂ ਸਿੱਖ ਸੰਗਤਾਂ ਬੈਠ ਕਰਕੇ ਜਿਹੜੇ ਕਿ ਸਤਿਗੁਰਾਂ ਦੇ ਚਰਨਾਂ ਦੇ ਨਾਲ ਪ੍ਰੇਮ ਰੱਖਣ ਵਾਲੇ ਹੈ, ਉਹ ਆਨੰਦ ਲੈ ਰਹੇ ਹੈ। ਰਾਗੀ ਕੀਰਤਨ ਕਰ ਰਹੇ ਹੈ, ਬੜੇ ਆਨੰਦਿਤ ਹੋ ਕਰਕੇ ਰਾਗਾਂ ਵਿੱਚ ਕੀਰਤਨ ਹੋ ਰਿਹਾ ਹੈ ਤੇ ਪ੍ਰੇਮੀ ਸਿੱਖ ਜਿਹੜੇ ਉਹ ਬੈਠ ਕਰਕੇ ਸਰਵਣ ਕਰਕੇ ਬੜਾ ਆਨੰਦ ਲੈ ਰਹੇ ਹਨ। जो संगत आया गोरा सोले कर आए गुरे और आगे धर कर कर नमो बेके दर्शन मुक्ति समो। ਤੇ ਇਤਨੇ ਨੂੰ ਇਹ ਕਾਂਸੀ ਵਾਲੀਆਂ ਸੰਗਤਾਂ ਵੀ ਸਤਿਗੁਰਾਂ ਦੇ ਚਰਨਾਂ ਵਿੱਚ ਪਹੁੰਚ ਗਈਆਂ। ਜੋ ਜੋ ਕੋਈ ਆਪਣੇ ਘਰਾਂ ਤੋਂ ਉਪਹਾਰ ਲੈ ਕਰਕੇ ਆਇਆ ਸੀ, ਭਿਟਾਵਾਂ ਲੈ ਕਰਕੇ ਆਇਆ ਸੀ, ਸਭ ਮਾਈ ਭਾਈ ਸਤਿਗੁਰੂ ਜੀ ਮਹਾਰਾਜ ਦੇ ਸਾਹਮਣੇ ਇਹ ਭਿਟਾਵਾਂ ਅਰਪਣ ਕਰਕੇ ਦਰਸ਼ਨ ਦਿਦਾਰੇ ਕਰਕੇ ਤੇ ਬੜੇ ਪ੍ਰਸੰਨ ਚਿੱਤ ਹੋ ਰਹੇ ਹੈ, ਬੜੇ ਖੁਸ਼ ਹੋ ਰਹੇ ਹੈ। ਸਤਿਗੁਰਾਂ ਦੇ ਦਰਸ਼ਨ ਦਿਦਾਰੇ ਹੋਏ ਹੈ, ਆਪੋ ਆਪਣੀਆਂ ਭਾਵਨਾਵਾਂ ਸੰਪੂਰਨ ਕਰਦੇ ਹੈ ਤੇ ਸਤਿਗੁਰਾਂ ਦੀ ਦੀਦਾਰ ਕਰਕੇ ਬੜੇ ਖੁਸ਼ ਹੁੰਦੇ ਹਨ। हृदय दृष्ट सोए रहा कीन का मना पूर्ण करे रहा सबको कुशल पूजन माने बैठे आते आनंद को ठाने। ਸਤਿਗੁਰੂ ਜੀ ਮਹਾਰਾਜ ਆਪਣੀਆਂ ਸੰਗਤਾਂ ਉੱਤੇ ਬੜੀ ਕਿਰਪਾ ਦ੍ਰਿਸ਼ਟੀ ਛੱਡਦੇ ਹੈ ਅਤੇ ਜੋ ਜੋ ਵੀ ਕਾਮਨਾਵਾਂ ਲੈ ਕਰਕੇ ਆਏ ਹੈ, ਜਿੱਥੇ ਸਤਿਗੁਰੂ ਜੀ ਇਹਨਾਂ ਦੀਆਂ ਝੋਲੀਆਂ ਭਰੀ ਜਾ ਰਹੇ ਹੈ, ਉੱਥੇ ਸਾਰਿਆਂ ਪਾਸੋਂ ਘਰਾਂ ਦੀ ਸੁਖ ਸ਼ਾਂਤੀ ਪੁੱਛਦੇ ਹੈ ਤੇ ਸੰਗਤਾਂ ਕਹਿੰਦੀਆਂ ਸਤਿਗੁਰੂ ਤੁਹਾਡੀ ਕਿਰਪਾ ਦੇ ਨਾਲ ਬੜੇ ਆਨੰਦਿਤ ਹਾਂ, ਬੜੇ ਸੁਖੀ ਵਸਦੇ ਆ ਅਤੇ ਬੜਾ ਵੱਡਾ ਆਨੰਦ ਬਣਿਆ ਹੋਇਆ ਹੈ। ਸੁਖ ਸ਼ਾਂਤੀ ਪੁੱਛਦੇ ਆ, ਸੰਗਤਾਂ ਦੱਸਦੀਆਂ ਤੇ ਇਹਨਾਂ ਸੰਗਤਾਂ ਨੇ ਵੀ ਫਿਰ ਸਤਿਗੁਰਾਂ ਦੇ ਚਰਨਾਂ ਵਿੱਚ ਬੈਠ ਕਰਕੇ ਕੀਰਤਨ ਦਾ ਆਨੰਦ ਮਾਣਨਾ ਕੀਤਾ ਹੈ। जो किसी देश की गाथा पूजन करी गई कही को साथा सद्या लग बैठे स्थान सोदर भोग पर सुनकान। ਕਿ ਜਿਹੜਾ ਜਿਹੜਾ ਕਿਸੇ ਦਾ ਦੇਸ਼ ਸੀ ਉਹਦੀ ਗਾਥਾ ਪੁੱਛਦੇ ਹੈ ਤੇ ਸਤਿਗੁਰੂ ਜੀ ਮਹਾਰਾਜ ਦੱਸਦੇ ਨੇ। ਸ਼ਾਮ ਤੱਕ ਇਸ ਜਗ੍ਹਾ ਤੇ ਫਿਰ ਕੀਰਤਨ ਹੁੰਦਾ ਰਿਹਾ ਤੇ ਗੁਰੂ ਕੀਆਂ ਸਿੱਖ ਸੰਗਤਾਂ ਬੜੇ ਪ੍ਰੇਮ ਸਹਿਤ ਬੈਠ ਕਰਕੇ ਸਰਵਣ ਕਰਦੀਆਂ ਅਤੇ ਉਸ ਤੋਂ ਬਾਅਦ ਸੋਦਰ ਦਾ ਪਾਠ ਜਿਹੜਾ ਪ੍ਰਾਰੰਭ ਹੋਇਆ, ਗੁਰੂ ਕੀਆਂ ਸਿੱਖ ਸੰਗਤਾਂ ਨੇ ਬੜੇ ਪ੍ਰੇਮ ਦੇ ਨਾਲ ਫਿਰ ਸੋਦਰ ਦਾ ਪਾਠ ਜਿਹੜਾ ਸੀ ਉਹ ਸਰਵਣ ਕੀਤਾ ਹੈ। गुरु निज मंदिर फेरे संगत सब करनी निज डेरे के जग देवस बसे गुर दर्शा आप सुने सभी और हर्षा। ਦੀਵਾਨਾਂ ਦੀ ਸਮਾਪਤੀ ਤੋਂ ਬਾਅਦ ਸੋਦਰ ਦੇ ਭੋਗ ਤੋਂ ਬਾਅਦ ਸਾਰੀਆਂ ਸੰਗਤਾਂ ਉੱਠੀਆਂ, ਜਿੱਥੇ ਸਤਿਗੁਰੂ ਜੀ ਮਹਾਰਾਜ ਆਪਣੇ ਮਹਿਲਾਂ ਵਿੱਚ ਬਰਾਜੇ, ਗੁਰੂ ਕੀਆਂ ਸਿੱਖ ਸੰਗਤਾਂ ਨੇ ਪੰਗਤਾਂ ਵਿੱਚ ਬੈਠ ਕਰਕੇ ਲੰਗਰ ਛਕਿਆ, ਬੜੇ ਆਨੰਦਿਤ ਹੋ ਕਰਕੇ ਗੁਰੂ ਕਾ ਲੰਗਰ ਛਕਿਆ ਅਤੇ ਬੜੀ ਸ਼ੋਭਾ ਕੀਤੀ ਸਤਿਗੁਰਾਂ ਦੇ ਦਰਬਾਰ ਦੀ। ਹੁਣ ਇੱਥੇ ਰਹਿੰਦੇ ਆ ਸਤਿਗੁਰਾਂ ਦੇ ਚਰਨਾਂ ਵਿੱਚ ਕਿ ਇਹ ਕਾਂਸੀ ਦੀਆਂ ਸੰਗਤਾਂ ਕਈ ਦਿਨ ਸਤਿਗੁਰਾਂ ਦੇ ਚਰਨਾਂ ਵਿੱਚ ਠਹਿਰੀਆਂ, ਹਰ ਰੋਜ਼ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰਕੇ ਬੜੀ ਖੁਸ਼ੀ ਮਹਿਸੂਸ ਕਰਦੀਆਂ ਕਿ ਭਾਈ ਜਿਸ ਤਰ੍ਹਾਂ ਸਤਿਗੁਰੂ ਜੀ ਮਹਾਰਾਜ ਦੇ ਘਰ ਦੀ ਸ਼ੋਭਾ ਸੁਣੀ ਸੀ ਨਾ, ਉਸੇ ਤਰ੍ਹਾਂ ਹੀ ਸਾਹਮਣੇ ਤੋਂ ਆ ਕਰਕੇ ਦੇਖਿਆ। ਧੰਨ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਇਸ ਨਗਰੀ ਦੇ ਵਿੱਚ ਬੜੇ ਸਾਰੇ ਕੌਤਕ ਵਰਤਾ ਰਹੇ ਹੈ, ਰਹਿਮਤਾਂ ਵਰਤਾ ਰਹੇ ਹੈ, ਬਖਸ਼ਿਸ਼ਾਂ ਦੇ ਰਹੇ ਹੈ। ਜਿਵੇਂ ਜਿਵੇਂ ਕੋਈ ਪ੍ਰੇਮ ਧਾਰ ਕਰਕੇ ਆਉਂਦਾ ਹੈ, ਸਤਿਗੁਰੂ ਜੀ ਆਪਣੀਆਂ ਸੰਗਤਾਂ ਦੀਆਂ ਭਾਵਨਾਵਾਂ ਸੰਪੂਰਨ ਕਰੀ ਜਾ ਰਹੇ ਹਨ। बेला हुए कर गए जय सुदासर मंदिर के अपर दीन तन के शिवने मन भागत कर सदन पाया ने। ਕਾਫੀ ਦਿਨ ਰਹਿ ਕਰਕੇ ਇਹ ਕਾਂਸੀ ਦੀਆਂ ਸੰਗਤਾਂ ਨੇ ਸਤਿਗੁਰਾਂ ਤੋਂ ਛੁੱਟੀ ਲਈ, ਵਿਦਾਇਗੀ ਲਈ ਤੇ ਕਹਿਣ ਲੱਗੇ ਸਤਿਗੁਰੂ ਅਸੀਂ ਸ੍ਰੀ ਅੰਮ੍ਰਿਤਸਰ ਵਿਖੇ ਜਾਣਾ ਚਾਹੁੰਦੇ ਹਾਂ। ਸਤਿਗੁਰਾਂ ਦੇ ਸਰੋਵਰ ਵਿੱਚ, ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਕੇ ਤੇ ਖੁਸ਼ੀ ਪ੍ਰਾਪਤ ਕਰਨਾ ਚਾਹੁੰਦੇ ਹਾਂ। ਇਹ ਸਾਰੀਆਂ ਸੰਗਤਾਂ ਫਿਰ ਹਰਗੋਬਿੰਦ ਨਗਰੀ ਤੋਂ ਚੱਲ ਕਰਕੇ ਸ੍ਰੀ ਅੰਮ੍ਰਿਤਸਰ ਵਿਖੇ ਪਹੁੰਚੇ ਹੈ। ਰਾਮਦਾਸ ਸਰੋਵਰ ਨਾਤੇ
सब उतरे पाप कमाते, निर्मल होए कर इशनाना, गुर पूरे कीने दाना। बख्शियां ने ਜਿਹੜੇ ਸ਼ਰਧਾ ਧਾਰ ਕਰਕੇ ਅੰਮ੍ਰਿਤ ਸਰੂਰ ਵਿੱਚ ਇਸ਼ਨਾਨ ਕਰਦੇ ਹੈ, ਇਹ ਸਾਰੀਆਂ ਸੰਗਤਾਂ ਫਿਰ ਇੱਥੇ ਪਹੁੰਚੀਆਂ ਅਤੇ ਜਿਤਨੇ ਵੀ ਸਤਿਗੁਰਾਂ ਦੇ ਸਥਾਨ ਨੇ ਸਾਰੇ ਸਥਾਨਾਂ ਦੇ ਦਰਸ਼ਨ ਦਾਰੇ ਕੀਤੇ। ਜੋ ਮਨ ਦੀ ਭਾਵਨਾ ਸੀ ਉਹ ਸੰਪੂਰਨ ਕਰਕੇ ਤੇ ਵਾਪਸ ਫਿਰ ਆਪਣੀ ਨਗਰੀ ਨੂੰ ਜਾਣਾ ਕੀਤਾ ਹੈ। ਸਤਿਗੁਰ ਦਾ ਗਤ ਵਿਲਾਸ ਰਹਿ ਹਜ਼ਾਰਾਂ ਸੇਵਕ ਪਾਸ, ਮੁਕਤ ਮੁਕਤ ਕੀ ਬਖਸ਼ਿਸ਼ ਹੋਦਾ ਨਿਤ ਸਿੱਖੀ ਆਦਿ ਗੁਰੂ ਦੋਦਾ। ਸਤਿਗੁਰੂ ਜੀ ਮਹਾਰਾਜ ਦੇ ਚਰਨਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਧ ਸੰਗਤ ਆਉਂਦੀ ਹੈ ਤੇ ਸਤਿਗੁਰੂ ਜੀ ਮਹਾਰਾਜ ਬੜੇ ਸਾਰੇ ਵਿਲਾਸ ਕਰਦੇ ਹੈ। ਭਗਤੀ ਸ਼ਕਤੀ ਦੀ ਬਖਸ਼ਿਸ਼ ਹੁੰਦੀ ਹੈ, ਨਿੱਧਾ ਪ੍ਰਤੀ ਸਿੱਖੀ ਜਿਹੜੀ ਉਹ ਵੱਧਦੀ ਜਾਂਦੀ ਹੈ। ਸਤਿਗੁਰਾਂ ਨੇ ਗੁਰਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਬਹੁਤਾ ਕਰਨਾ ਕੀਤਾ ਹੈ ਕਿ ਜਿਵੇਂ ਜਿਵੇਂ ਚੰਨ ਕਰਕੇ ਆਏ ਸਤਿਗੁਰਾਂ ਦੇ ਚਰਨਾਂ ਵਿੱਚ ਸਭ ਨੇ ਗੁਰਸਿੱਖੀ ਧਾਰਨ ਕਰ ਲਈ, ਕਿਉਂਕਿ ਜੋ ਕੁਛ ਮੰਗਿਆ ਉਹੀ ਕੁਛ ਮਿਲ ਗਿਆ ਤੇ ਫਿਰ ਇਤਨਾ ਵੱਡਾ ਪ੍ਰੇਮ ਧਾਰਨ ਹੋ ਗਿਆ ਕਿ ਸਤਿਗੁਰਾਂ ਦੇ ਸੇਵਕ ਬਣ ਗਏ, ਜਨ ਬਣ ਗਏ। ਇਹ ਸਤਿਗੁਰੂ ਜੀ ਮਹਾਰਾਜ ਆਪਣੇ ਜਨਾਂ ਦੀ ਲਾਜ ਰੱਖਦੇ ਹੈ, ਸ਼ਰਨ ਪਿਆਂ ਦੀ ਲਾਜ ਰੱਖਣਾ ਕਰਦੇ ਹੈ। ਸਤਿਗੁਰੇ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਜਿਵੇਂ ਜਿਵੇਂ ਚਰਨ ਸ਼ਰਨ ਵਿੱਚ ਪੈਂਦੇ ਹੈ ਉਵੇਂ ਉਵੇਂ ਸੁਖ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਗੋਬਿੰਦ ਬਲੀ ਬਲਾਂਦਾ ਸਿੱਖ ਚੋਰਨ ਗੋਬਿੰਦ ਜਾਂਦਾ, ਗੜੀਏ ਪਤ ਆਗਿਆ ਫਰਮਾਈ, ਅਬ ਕਸ਼ਮੀਰ ਪੁਰੀ ਕੋ ਜਾਈ। ਇਦਾਂ ਫਿਰ ਜਿਵੇਂ ਜਿਵੇਂ ਸਤਿਗੁਰਾਂ ਦੇ ਚਰਨਾਂ ਵਿੱਚ ਸੰਗਤਾਂ ਆਉਂਦੀਆਂ ਤੇ ਬੜੀ ਸਿੱਖੀ ਕਮਾਉਂਦੀਆਂ, ਸੇਵਾ ਕਮਾਉਂਦੀਆਂ ਤੇ ਇਹਨਾਂ ਦੇ ਵਿੱਚ ਹੀ ਭਾਈ ਗੜੀਆ ਜੀ ਜੋ ਕਿ ਗੁਰਸਿੱਖ ਹੈ ਸਤਿਗੁਰਾਂ ਦੇ ਚਰਨਾਂ ਦੀ ਬੜੀ ਸਾਰੀ ਸੇਵਾ ਕਰਦਾ ਹੈ। ਮਹਾਨ ਗੁਰਸਿੱਖੀ ਇਸਨੇ ਧਾਰਨ ਕੀਤੀ ਹੋਈ ਹੈ ਤੇ ਜਿਵੇਂ ਜਿਵੇਂ ਇਸਨੇ ਸੇਵਾ ਕੀਤੀ ਇਹਦੇ ਹਿਰਦੇ ਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਗਿਆ, ਸੋਝੀ ਹੋ ਗਈ। ਸਦਾ ਹੀ ਮਹਾਨ ਪ੍ਰੇਮ ਬਣਾ ਕਰਕੇ ਸਤਿਗੁਰਾਂ ਦੇ ਚਰਨ ਪਰਸਦਾ ਹੈ, ਗੁਰੂ ਗੁਰੂ ਜਪਦਾ ਹੈ। ਤੇ ਧੰਨ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਬੜੇ ਬਲਵਾਨ ਯੋਧੇ ਹੈ, ਬੜੀਆਂ ਸਾਰੀਆਂ ਰਹਿਮਤਾਂ ਵਰਤਾਉਂਦੇ ਹੈ ਤੇ ਭਾਈ ਗੜੀਏ ਨੂੰ ਬੜੇ ਪ੍ਰੇਮ ਦੇ ਨਾਲ ਆਗਿਆ ਕੀਤੀ ਕਿ ਜਾਓ ਭਾਈ ਤੁਸੀਂ ਹੁਣ ਕਸ਼ਮੀਰ ਨਗਰੀ ਵੱਲ ਜਾਓ ਤੇ ਜਾ ਕਰਕੇ ਉੱਥੋਂ ਕਾਰ ਭਿਟਾਵਾਂ ਲੈ ਕਰਕੇ ਆਓ। ਜਿੱਥੇ ਇਹ ਸੇਵਾਦਾਰ ਬਣ ਕੇ ਸੇਵਾ ਕਰਦਾ ਸੀ ਨਾ, ਤੇ ਸਤਿਗੁਰਾਂ ਦਾ ਵੀ ਬੜਾ ਇਹਦੇ ਨਾਲ ਪ੍ਰੇਮ ਹੈ। ਸਤਿਗੁਰਾਂ ਨੇ ਫਿਰ ਕਸ਼ਮੀਰ ਵਾਲੇ ਪਾਸੇ ਇਸ ਭਾਈ ਗੜੀਏ ਦੀ ਡਿਊਟੀ ਲਾਣਾ ਕੀਤੀ ਹੈ। ਜਦੋਂ ਸਤਿਗੁਰਾਂ ਨੇ ਹੁਣ ਡਿਊਟੀ ਲਗਾਈ ਨਾ ਕਿ ਭਾਈ ਗੜੀਆ ਜੀ ਜਾਓ ਤੁਸੀਂ ਕਸ਼ਮੀਰ ਵਿਖੇ ਜਾ ਕਰਕੇ ਸਾਰੀਆਂ ਸੰਗਤਾਂ ਤੋਂ ਕਾਰ ਭਿਟਾਵਾਂ ਉਗਰਾ ਕਰਕੇ ਲਿਆਓ, ਤੇ ਭਾਈ ਗੜੀਆ ਜੀ ਨੇ 7 ਬਚਨ ਦੇ ਅਧਿਕਾਰੀ ਹੋ ਕਰਕੇ ਦੋਨੋਂ ਹੱਥ ਜੋੜ ਕਰਕੇ ਸਤਿਗੁਰਾਂ ਦੇ ਹੁਕਮ ਦੀ ਤਾਮੀਲ ਕੀਤੀ। ਕਹਿਣ ਦਾ ਭਾਵ ਕਿ ਸਤਿਗੁਰਾਂ ਦੇ ਹੁਕਮ ਨੂੰ ਮੰਨਿਆ। ਕਹਿਣ ਲੱਗਾ ਸਤਿਗੁਰੂ ਜੋ ਤੁਹਾਡਾ ਹੁਕਮ ਹੈ ਉਹ ਸਿਰ ਮੱਥੇ ਪ੍ਰਵਾਨ ਹੈ, ਮੈਂ ਕਸ਼ਮੀਰ ਨੂੰ ਜਾਵਾਂਗਾ। ਸਾਰੀਆਂ ਸੰਗਤਾਂ ਨੂੰ ਬੇਨਤੀ ਕਰਕੇ ਤੇ ਜੋ ਜੋ ਉਪਹਾਰ ਸੰਗਤਾਂ ਚੜਾਉਣਾ ਚਾਹੁੰਦੀਆਂ ਉਹ ਉਗਰਾਹੀ ਕਰਕੇ ਤੁਹਾਡੇ ਪਾਸ ਲੈ ਕਰਕੇ ਆਵਾਂਗਾ। ਕਿ ਇਦਾਂ ਫਿਰ ਸਤਿਗੁਰਾਂ ਦੇ ਚਰਨਾਂ ਦੇ ਨਮਸਕਾਰ ਕਰਕੇ ਬੜੀ ਵੱਡੀ ਪ੍ਰੀਤ ਧਾਰ ਕਰਕੇ ਤੇ ਕਸ਼ਮੀਰ ਦਾ ਰਸਤਾ ਪਕੜਦੇ ਆ। ਭਾਈ ਗੜੀਏ ਨੇ ਫਿਰ ਕਸ਼ਮੀਰ ਦਾ ਰਸਤਾ ਪਕੜਨਾ ਕੀਤਾ ਇਹ ਜਾਂਦਾ ਹੋਇਆ ਸਦਾ ਹੀ ਪ੍ਰੀਤ ਧਾਰ ਕੇ ਸਤਿਗੁਰਾਂ ਦੀ ਮੂਰਤ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਤੇ ਗੁਰੂ ਗੁਰੂ ਜਪਦਾ ਹੈ, ਸਦਾ ਹੀ ਗੁਰੂ ਗੁਰੂ ਜਪਦਾ ਹੈ। ਚਿੱਤ ਦੇ ਵਿੱਚ ਬੜਾ ਵੱਡਾ ਪ੍ਰੇਮ ਹੈ ਤੇ ਆਪਣੇ ਮੁਖ ਤੋਂ ਸਦਾ ਹੀ ਸਤਨਾਮ 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 ਉਚਾਰਦਾ ਹੈ। ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਚਲਦਿਆਂ ਫਿਰਦਿਆਂ ਸਦਾ ਇੱਕੋ ਹੀ ਰਟਣ ਲਗਾਣਾ ਕੀਤੀ ਹੋਈ ਹੈ। ਆਪਣੀ ਕਿਰਤ ਵਿਰਤ ਕਰਦਿਆਂ ਹੋਇਆਂ
ਫਿਰ ਸਤਿਗੁਰਾਂ ਦੇ ਨਾਮ ਨੂੰ ਯਾਦ ਕਰਦਾ ਹੈ। समय समय तर के गुजरात बहुत भयो तो बखियात बसै गुरु के सिख समुदाय जिनो सुनी गड़िया पुरे आए। ਹੌਲੀ ਹੌਲੀ ਚੱਲ ਕੇ ਤੇ ਭਾਈ ਗੜੀਆ ਜੀ ਫਿਰ ਗੁਜਰਾਤ ਪਹੁੰਚ ਗਿਆ। ਹੁਣ ਜਦੋਂ ਉੱਥੇ ਸਾਰੀਆਂ ਸਿੱਖ ਸੰਗਤਾਂ ਨੂੰ ਪਤਾ ਲੱਗਿਆ ਨਾ ਤੇ ਗੁਰੂ ਜੀ ਦੇ ਬਹੁਤ ਸਿੱਖ ਰਹਿੰਦੇ ਨੇ, ਉਹਨਾਂ ਨੇ ਜਦ ਸੁਣਿਆ ਕਿ ਭਾਈ ਗੜੀਆ ਜੀ ਸਤਿਗੁਰਾਂ ਦੇ ਚਰਨਾਂ ਵਿੱਚੋਂ ਸਾਡੇ ਨਗਰ ਦੇ ਵਿੱਚ ਆਉਣਾ ਕੀਤਾ ਹੈ, सब संगत इकट्ठी होए करके बेअंत सन्मान भाव कर करके मिले जाए कर निमरी होए मनो गुरु को दर्शन जोए। ਕਿ ਸਾਰੀਆਂ ਸਿੱਖ ਸੰਗਤਾਂ ਬੜਾ ਵੱਡਾ ਪ੍ਰੇਮ ਧਾਰ ਕਰਕੇ ਬੜਾ ਸਾਰਾ ਸਨਮਾਨ ਦੇਣ ਵਾਸਤੇ ਚੱਲ ਕਰਕੇ ਇਹਨਾਂ ਨੇ ਆ ਕਰਕੇ ਭਾਈ ਗੜੀਏ ਜੀ ਦੇ ਦਰਸ਼ਨ ਦਿਦਾਰੇ ਕੀਤੇ ਹੈ। ਤੇ ਦਰਸ਼ਨ ਦਿਦਾਰੇ ਕਰਕੇ ਇਤਨੇ ਪ੍ਰਸੰਨ ਹੋਏ, ਕਹਿੰਦੇ ਭਾਈ ਸਾਨੂੰ ਤਾਂ ਭਾਈ ਗੜੀਏ ਦੇ ਵਿੱਚੋਂ ਧੰਨ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਦੇ ਦਰਸ਼ਨ ਦਿਦਾਰੇ ਹੋਣਾ ਕੀਤੇ ਹੈ। ਗੁਰੂ ਪਿਆਰਿਓ, ਜਿਹੜੇ ਗੁਰੂ ਕੇ ਸੇਵਕਾਂ ਨੇ ਕਮਾਈ ਕੀਤੀ ਨਾ, ਫਿਰ ਸਤਿਗੁਰੂ ਜੀ ਮਹਾਰਾਜ ਦੇ ਵਿੱਚ ਅਭੇਦ ਹੋ ਗਏ। ਉਹਨਾਂ ਵਿੱਚ ਤੇ ਸਤਿਗੁਰਾਂ ਵਿੱਚ ਕੋਈ ਫਰਕ ਨਹੀਂ ਰਹਿ ਗਿਆ, ਕਿਉਂਕਿ ਜਿਨ੍ਹਾਂ ਨੇ ਮਨ ਬਿਰਤੇ ਇਕਾਗਰ ਕਰਕੇ ਸਤਿਗੁਰਾਂ ਦੇ ਚਰਨ ਪਰਸੇ ਸੇਵਾ ਕੀਤੀ, ਸਤਿਗੁਰਾਂ ਨੇ ਉਹਨਾਂ ਨੂੰ ਬਖਸ਼ਿਸ਼ਾਂ ਦੇ ਕੇ ਨਿਹਾਲ ਕਰਨਾ ਕੀਤਾ ਹੈ। ਇਸ ਵਾਸਤੇ ਹੁਣ ਸਾਰੀਆਂ ਸੰਗਤਾਂ ਚੱਲ ਕਰਕੇ ਆਈਆਂ, ਭਾਈ ਗੜੀਆ ਜੀ ਦੇ ਦਰਸ਼ਨ ਦਿਦਾਰੇ ਕੀਤੇ ਤੇ ਦਰਸ਼ਨ ਦਿਦਾਰੇ ਕਰਕੇ ਇਤਨੇ ਆਨੰਦਿਤ ਹੋਏ। ਸਭ ਮਾਈ ਭਾਈ ਕਹਿੰਦੇ ਆ ਬਈ ਸਾਨੂੰ ਤੇ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਹੋਣਾ ਕੀਤੇ ਹਨ। अपने गृह माया ने उतारे जाते जाते चरण पखारे सुंदर से जत बैठ साए अधिक भाव कर दिए बैठाए। ਕਿ ਇਹਨਾਂ ਨੇ ਆਪਣੇ ਘਰ ਦੇ ਵਿੱਚ ਭਾਈ ਗੜੀਏ ਜੀ ਦਾ ਉਤਾਰਾ ਕਰਵਾਉਣਾ ਕੀਤਾ। ਬੜੇ ਪ੍ਰੇਮ ਸਹਿਤ ਗਰਮ ਪਾਣੀ ਕਰਕੇ ਤੇ ਫਿਰ ਚਰਨ ਧੋਤੇ ਅਤੇ ਸੁੰਦਰ ਪਲੰਘ ਢਵਾਣਾ ਕੀਤਾ ਭਾਈ ਗੜੀਏ ਜੀ ਦੇ ਵਿਸ਼ਰਾਮ ਕਰਨ ਵਾਸਤੇ, ਅਤੇ ਬੜੇ ਪ੍ਰੇਮ ਕਰਕੇ ਸੋਹਣੇ ਵਿਛਾਉਣੇ ਵਿਛਾ ਕਰਕੇ ਭਾਈ ਗੜੀਏ ਜੀ ਨੂੰ ਇਸ ਪਲੰਘ ਦੇ ਉੱਤੇ ਸੁਭਾਏਮਾਨ ਕੀਤਾ ਹੈ। सब सिकन चरणा मृत लिंगा अपन सेव अप सेव सभी विधि कीना स्वागत बहु आहार करवाए विनती कर अच्छे बताए। ਤੇ ਜੋ ਭਾਈ ਗੜੀਏ ਜੀ ਦੇ ਚਰਨ ਧੋਣਾ ਕੀਤੇ ਸੀ ਨਾ, ਫਿਰ ਸਾਰੀਆਂ ਸੰਗਤਾਂ ਨੇ ਮਿਲ ਕਰਕੇ ਤੇ ਚਰਨਾਰਮਿਤ ਲੈਣਾ ਕੀਤੀ ਹੈ। ਸਤਿਗੁਰਾਂ ਦਾ ਸਰੂਪ ਜਾਣ ਕਰਕੇ ਇਹ ਚਰਨਾਰਮਿਤ ਲੈਣਾ ਕੀਤੇ, ਬੜਾ ਵੱਡਾ ਆਨੰਦ ਆਇਆ। ਬੜੇ ਸੋਹਣੇ ਢੰਗ ਦੇ ਨਾਲ, ਜਿੱਥੇ ਸੋਹਣੇ ਢੰਗ ਦੇ ਨਾਲ ਸਵਾਗਤ ਕੀਤਾ ਸਤਿਗੁਰਾਂ ਵਾਂਗ, ਉੱਥੇ ਫਿਰ ਬੜੀ ਸਾਰੀ ਸੇਵਾ ਕੀਤੀ ਹੈ। ਬੜੇ ਸਵਾਦੀ ਭੋਜਨ ਭਾਈ ਜੀ ਵਾਸਤੇ ਤਿਆਰ ਕਰਨਾ ਕੀਤੇ ਹੈ, ਅਤੇ ਹਰ ਪੱਖ ਤੋਂ ਭਾਈ ਸਾਹਿਬ ਜੀ ਨੂੰ ਤ੍ਰਿਪਤ ਕਰਨਾ ਕੀਤਾ ਹੈ। ਭਾਈ ਸਾਹਿਬ ਜੀ ਬੜੇ ਪ੍ਰਸੰਨ ਨੇ ਤੇ ਗੁਰੂ ਕੀਆਂ ਸਿੱਖ ਸੰਗਤਾਂ ਕਹਿੰਦੀਆਂ ਬਈ ਇਹ ਸਤਿਗੁਰਾਂ ਦੇ ਖੁਸ਼ੀ ਲੈ ਰਹੇ ਆ, ਸਤਿਗੁਰਾਂ ਦੀ ਖੁਸ਼ੀ ਪ੍ਰਾਪਤ ਹੋ ਰਹੀ ਹੈ। ਗੁਰੂ ਕੇ ਸਿੱਖ ਦੀ ਸੇਵਾ ਕਰਕੇ ਬੜਾ ਵੱਡਾ ਆਨੰਦ ਆ ਰਿਹਾ ਹੈ। प्रिया दौड़ा सुतार साहिब को प्रेमी सो महान संत संग की नित्य लाखा बाबा के दर्शन की पंखा। ਹੁਣ ਜਿਵੇਂ ਜਿਵੇਂ ਗੁਰੂ ਕੀਆਂ ਸਿੱਖ ਸੰਗਤਾਂ ਨੇ ਸੇਵਾ ਕੀਤੀ ਹੈ ਕਿ ਇਸ ਨਗਰੀ ਦੇ ਵਿੱਚ ਇੱਕ ਮੀਆਂ ਦੌਲਾ ਜਿਹੜਾ ਕਿ ਰਹਿੰਦਾ ਹੈ, ਉਹ ਬੜਾ ਰੱਬ ਦਾ ਪ੍ਰੇਮੀ ਹੈ। ਰੱਬ ਦੇ ਘਰ ਦੇ ਨਾਲ ਉਹਦਾ ਬੜਾ ਪ੍ਰੇਮ ਜੁੜਿਆ ਹੋਇਆ ਹੈ ਮੀਆਂ ਦੌਲਾ ਦਾ, ਅਤੇ ਸੰਤਾਂ ਦੇ ਸੰਗ ਦੇ ਨਿਤ ਅਭਿਲਾਸ਼ਾ ਰੱਖਦਾ ਹੈ। ਜਿੱਥੇ ਵੀ ਉਹਨੂੰ ਕੋਈ ਪਤਾ ਲੱਗੇ ਨਾ ਕਿ ਫਲਾਣੀ ਜਗ੍ਹਾ ਤੇ ਸੰਤ ਮਹਾਂਪੁਰਸ਼ ਆਇਆ ਹੈ, ਤੇ ਮੀਆਂ ਦੌਲਾ ਜੀ ਬੜੀ ਕਾਹਲੀ ਦੇ ਨਾਲ ਉੱਥੇ ਪਹੁੰਚ ਕਰਕੇ ਸੰਤਾਂ ਮਹਾਂਪੁਰਸ਼ਾਂ ਦੇ ਦਰਸ਼ਨ ਦਿਦਾਰੇ ਕਰਦੇ ਹੈ। ਤੇ ਇੱਦਾਂ ਫਿਰ ਇਹ ਮੌਲਾ ਜੀ ਦੇ ਮਨ ਦੇ ਵਿੱਚ ਬੜੀ ਵੱਡੀ ਦਰਸ਼ਨਾਂ ਦੀ ਚਾਹਤ ਬਣੀ ਹੋਈ ਹੈ। करिए को आप सुन पायो बेन धार को मिलवे आयो जिसमें महासंत के लक्षण परोपकारी सदा बचन। ਹੁਣ ਜਦੋਂ ਇਸ ਮੀਆਂ ਦੌਲਾ ਨੇ ਸੁਣਿਆ ਨਾ ਕਿ ਭਾਈ ਗੜੀਆ ਜੀ ਸਾਡੀ ਨਗਰੀ ਦੇ ਵਿੱਚ ਆਏ ਹੈ, ਸੰਗਤਾਂ ਨੇ ਬੜਾ ਸਾਰਾ ਸਤਿਕਾਰ ਕੀਤਾ ਹੈ, ਫਲਾਣੇ ਘਰ ਦੇ ਵਿੱਚ ਉਹਨਾਂ ਦਾ ਨਿਵਾਸ ਕਰਵਾਉਣਾ ਕੀਤਾ ਹੈ, ਅਤੇ ਇਹ ਫਿਰ ਬੜਾ ਸਾਰਾ ਪ੍ਰੇਮ ਧਾਰ ਕੇ ਤੇ ਦਰਸ਼ਨ ਦਿਦਾਰੇ ਕਰਨ ਵਾਸਤੇ ਆਇਆ ਹੈ। ਮੀਆਂ ਦੌਲਾ ਜੀ
फिर आए हैं दर्शन करने वास्ते जिन्हां दे विच के बड़े महापुरुषां वाले लक्षण सी, जिन्हां दे कि बड़े वड्डे दयावान सी, दयालु ते कृपालु सी, सदा ही विलखण परोपकारी सी, बड़ा वड्डा परोपकार करते रहंदे सी, क्योंकि उन्हां दे हिरदे दे विच प्रकाश से रब दे प्यारे सी, किसी का दुखांत भी जर नहीं सकते हैं। कि किसी भी मनुख नूं कोई दुख हुंदा सी ना ते मियाँ दौला तो देखा नहीं सी जांदा, वो जिवें किवें भी यतन करके उस व्यक्ति के दुख नूं दूर करता सी, ते जदों वो दुखी नूं देखदा सी ना, मन तन ते धन करके उहदी सेवा करदा है, बड़ा सारा परोपकार करदा है, सेवा करदा है। इदां फिर उहदे मन दे विच बड़ी वड्डी दया सी। ते नाल ही वो गरीबां उत्ते बड़ी वड्डी दया करदा है। ये देखदा है कि उन्हां दे पास छकन वास्ते प्रशादा नहीं, पहनण वास्ते वस्त्र नहीं, उन्हां नूं मजदूरी दे करके मजदूरी ते लगा लैंदा है, अते धन दे करके उन्हां दा गुजारा करवाउंदा है। जे कोई पुल टुटदे है, खूह टुटदे है, उन्हां नूं बनवाउणा करदे है, क्योंकि उस समियां दे विच खूह लवाणे बहुत वड्डा पुन्न मन्निया जांदा सी। बड़े पुण्यदान वाले कारज जिहड़े वो करदा सी। कि भैड़े रस्तियां नूं साफ करवाउंदा सी अते सारे रस्तियां ते बड़े सुंदर रुख लगवाउंदा है, शानदार रुख लगवाउणा करदा है। जद मजदूरी बहुत चढ़ जाती है ते गरीब इकट्ठे होकर के ते फिर धन मंगते है, बई मियाँ दौला जी हुण साडी मजदूरी जिहड़ी वो देना करो जी। कि इतनी वड्डी उहदे उत्ते किरपा हो सकी सी कि जदों गरीब धन मंगते ना गुरु रूप साध संगत जी, वो धरती नूं पटवाउंदा है, ते जिस जगह तो धरती नूं पटवाउंदा उत्थों बड़ा सारा धन निकलदा है। आखो सतनाम श्री वाहिगुरू। ये है कमाई की हुई गुरु के प्यारियां दी। इतना दयावान सी, धरती नूं पटवाउंदा है, उहदे विचों बड़ा सारा धन निकलदा है। जथा जूग फिर सारियां नूं वो धन वंडना करदा है। इस तरह वो सारे गरीबां दे प्रतिपालना करदा है, देख रेख करदा है, लोड़वंदां दीआं लोड़ां जिहड़ियां वो तोरना करदा सी। भावें कोई हिंदू होवे, भावें कोई तुर्क होवे, जिहड़ा भी कोई दुखी हुंदा सी, वो मियाँ दौला जी दे पास चल के जाते हैं, ते मियाँ दौला जी फिर उन्हां दे कारज जिहड़े वो संवारदे है। इदां फिर परमेश्वर दे घर दे विच वो बेनती करके ते सारियां दे कारज संवारदा सी कि अकाल पुरख वाहिगुरू सच्चे पातशाह, ये गरीब ने, ये दुखी ने, बड़े दीन होकर के आए, इन्हां उत्ते रहमता करो ते इन्हां दीआं भावनावां संपूर्ण करो, इन्हां दे दुख दलिद्र दूर करो, इन्हां उत्ते रहमता वरताओ जी। कि इस तरह दे सदा वो रीत करदा है। संतां महापुरुषां दे वास्ते बड़ी वड्डी उहदे हिरदे दे विच प्रीत है, बड़ी वड्डी प्रीत धार के रखदा है। हुण भाई गढ़ीए नूं संत समझ के बड़े प्यार सहित ये फिर मिलण वास्ते आया, क्योंकि सारियां ने बड़ी सारी शोभा की, सेवा की, ते मियाँ दौला जी भी फिर संत महापुरुष जान करके भाई गढ़िया जी के दर्शन दारे करने वास्ते आए है, सेवा करनी चाहते हैं, बड़ी श्रद्धा लैकर के आना किया है। हुण जदों मियाँ दौला जी भाई गढ़िए जी के पास आए,
ਦੋਨਾਂ ਨੇ ਇੱਕ ਦੂਸਰੇ ਨੂੰ ਦੇਖਣਾ ਕੀਤਾ। ਜਿੱਥੇ ਬੜੇ ਪ੍ਰਸੰਨਚਿਤ ਹੋਏ ਨਾ, ਉੱਥੇ ਖੜੇ ਹੋ ਕਰਕੇ ਗਲੇ ਲੱਗ ਕਰਕੇ ਤੇ ਮਿਲਣਾ ਕੀਤਾ ਹੈ। ਇੱਕ ਦੂਸਰੇ ਨੂੰ ਬੜਾ ਸਾਰਾ ਪਿਆਰ ਦੇਣਾ ਕੀਤਾ ਹੈ ਤੇ ਇੱਕ ਦੂਸਰੇ ਨੇ ਇੱਕ ਦੂਸਰੇ ਦੀ ਸੁਖ ਸ਼ਾਂਤੀ ਪੁੱਛਣਾ ਕੀਤੀ ਹੈ। ਇਦਾਂ ਫਿਰ ਸੁਖ ਸ਼ਾਂਤੀ ਪੁੱਛ ਕੇ ਬੜੇ ਪ੍ਰੀਤ ਦੇ ਨਾਲ ਭਰ ਗਏ ਹੈ। ਦੋਹਾਂ ਦੇ ਹਿਰਦਿਆਂ ਦੇ ਵਿੱਚ ਪ੍ਰੇਮ ਜਿਹੜਾ ਉਹ ਉਛਾਲੇ ਮਾਰ ਰਿਹਾ ਸੀ, ਦੋਹਾਂ ਦੇ ਹਿਰਦਿਆਂ ਵਿੱਚ। ਕਿਉਂਕਿ ਸਤਿਗੁਰੂ ਜੀ ਮਹਾਰਾਜ ਦਾ ਸਿੱਖ, ਗੁਰੂ ਕਾ ਪਿਆਰਾ, ਇਦਾਂ ਫਿਰ ਬੜਾ ਸਾਰਾ ਪ੍ਰੇਮ ਇਹਨਾਂ ਦੇ ਮਨ ਦੇ ਵਿੱਚ ਉਛਾਲੇ ਮਾਰਦਾ ਹੈ। ਸਤਿਗੁਰੂ ਮਹਾਤਮ ਕਾ ਹੈ ਦੋਨੋਂ ਮਹਿਮਾ ਮਹਾਸੁਰਾ ਹੈ, ਲਾਖੋ ਸੇਵਕ ਕਰੇ ਨਿਹਾਲ, ਜੇ ਬੜ ਭਾਗ ਸੁਭਿ ਹੈ ਕਿਰਪਾਲ। ਫਿਰ ਸਤਿਗੁਰੂ ਜੀ ਮਹਾਰਾਜ ਦੇ ਘਰ ਦੀ ਬੜੀ ਸਾਰੀ ਮਹਿਮਾ ਜਿਹੜੀ ਗਾਇਨ ਕਰਨਾ ਕੀਤੀ ਹੈ, ਬੜੀ ਸਾਰੀ ਸ਼ਲਾਘਾ ਕੀਤੀ ਹੈ ਕਿ ਸਤਿਗੁਰੂ ਜੀ ਮਹਾਰਾਜ ਲੱਖਾਂ ਸੇਵਕਾਂ ਨੂੰ ਨਿਹਾਲ ਕਰਦੇ ਨੇ ਤੇ ਸਤਿਗੁਰੂ ਜੀ ਮਹਾਰਾਜ ਬੜੇ ਕਿਰਪਾਲੂ ਤੇ ਦਿਆਲੂ ਹੈ। ਜਿਹੜਾ ਵੀ ਨਿਆਸਰਾ ਚੱਲ ਕਰਕੇ ਗੁਰੂ ਦੇ ਚਰਨਾਂ ਵਿੱਚ ਆ ਗਿਆ ਨਾ, ਸਤਿਗੁਰਾਂ ਨੇ ਉਹਨਾਂ ਨੂੰ ਆਸਰਾ ਦੇ ਕੇ ਨਿਹਾਲ ਕੀਤਾ। ਉਹਨਾਂ ਉੱਤੇ ਬੜੀਆਂ ਰਹਿਮਤਾਂ ਕੀਤੀਆਂ ਹਨ। ਮੀਆਂ ਦੌਲਾ ਰਖਾਏ ਸਹਿਜ ਬੇਨਤੀ ਬੈਠੇ ਲਾਏ, ਗੁਰ ਅਰਜਨ ਜੀ ਕੀ ਜੁਬਾਨੀ ਸੁਣ ਸੁਖਮਣੀ ਚਾਹੇ ਮਹਾਨੀ। ਹੁਣ ਆਪਸ ਵਿੱਚ ਵਿਚਾਰਾਂ ਚੱਲ ਰਹੀਆਂ ਤੇ ਮੀਆਂ ਦੌਲਾ ਜੀ ਭਾਈ ਗੜੀਏ ਜੀ ਦੇ ਪਾਸ ਬੈਠੇ ਹੋਏ ਫਿਰ ਬੜੀ ਪ੍ਰੇਮ ਸਹਿਤ ਬੇਨਤੀ ਕੀਤੀ ਹੈ। ਮੀਆਂ ਦੌਲਾ ਜੀ ਕਹਿਣ ਲੱਗੇ, ਭਾਈ ਗੜੀਆ ਜੀ, ਵੱਡੇ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੋ ਪਵਿੱਤਰ ਗੁਰਬਾਣੀ ਸੁਖਮਨੀ ਸਾਹਿਬ ਉਚਾਰਨ ਕੀਤੀ ਹੈ ਨਾ, ਮੈਂ ਉਹ ਤੁਹਾਡੇ ਪਾਸੋਂ ਸੁਣਨਾ ਚਾਹੁੰਦਾ। ਕਿਰਪਾ ਦੇ ਘਰ ਵਿੱਚ ਆ ਕਰਕੇ ਮੈਨੂੰ ਸੁਖਮਨੀ ਸਾਹਿਬ ਸੁਣਾਉਣਾ ਕਰੋ। ਤੁਸੀਂ ਸੁਣਾਓਗੇ ਤੇ ਮੈਂ ਬੜੇ ਪ੍ਰੇਮ ਦੇ ਨਾਲ ਸੁਣਾਂਗਾ ਤੇ ਬੜਾ ਵੱਡਾ ਆਨੰਦ ਮਾਣਨਾ ਕਰਾਂਗਾ। ਕਿਉਂਕਿ ਗੁਰੂ ਪਿਆਰਿਓ, ਜਿਹੜੇ ਗੁਰੂ ਕੇ ਪਿਆਰਿਆਂ ਨੇ, ਗੁਰਸਿੱਖਾਂ ਨੇ ਪ੍ਰੇਮ ਦੇ ਨਾਲ ਪੜ੍ਹ ਕੇ ਤੇ ਸੁਣਨ ਵਾਲਿਆਂ ਨੇ ਬੜੇ ਪ੍ਰੇਮ ਦੇ ਨਾਲ ਸੁਣੀ, ਉਹਨਾਂ ਦੇ ਵੱਡੇ ਵੱਡੇ ਦੁਖਾਂਤ ਦੂਰ ਹੋ ਗਏ। ਵਜ਼ੀਰ ਖਾਂ ਵਰਗਿਆਂ ਦੇ ਪੇਟ ਵਿੱਚ ਜਲੋਦਰ ਦਾ ਰੋਗ ਸੀ, ਬੜਾ ਭਿਆਨਕ ਰੋਗ, ਕਿ ਬੜੇ ਸਾਰੇ ਹਕੀਮਾਂ ਤੋਂ, ਡਾਕਟਰਾਂ ਤੋਂ ਦਵਾ ਦਾਰੂ ਕਰਵਾਉਣਾ ਕੀਤੇ, ਪਰ ਕਿਤੋਂ ਵੀ ਆਰਾਮ ਨਹੀਂ ਸੀ ਆਇਆ। ਕਿਉਂਕਿ ਵਕਤ ਦੀ ਹਕੂਮਤ ਦਾ ਵਜ਼ੀਰ ਸੀ, ਕੋਈ ਪੈਸੇ ਦਾ ਘਾਟਾ ਨਹੀਂ ਸੀ, ਪਰ ਕਿਤੋਂ ਆਰਾਮ ਨਾ ਆਇਆ। ਹੁਣ ਸਿੱਖ ਦੇ ਘਰ ਦੇ ਮੂਹਰੋਂ ਲੰਘਿਆ ਜਾਂਦਾ ਸੀ, ਸੁਖਮਨੀ ਸਾਹਿਬ ਦਾ ਪਾਠ ਕਰਦਾ ਹੋਇਆ, ਇਹਦੇ ਕੰਨਾਂ ਦੇ ਵਿੱਚ ਆਵਾਜ਼ ਪਈ। ਜਿੰਨਾ ਚਿਰ ਆਵਾਜ਼ ਪੈਂਦੀ ਰਹਿੰਦਾ, ਇਹਦੀ ਇਹ ਪੀੜਾ ਹਟੀ ਰਹੀ। ਜਦੋਂ ਸਿੱਖ ਦੂਰ ਚਲਿਆ ਗਿਆ, ਫੇਰ ਦਰਦ ਹੋਣ ਲੱਗ ਗਈ। ਸਮਝ ਗਿਆ, ਇਹਨੇ ਸਤਿਗੁਰਾਂ ਦੇ ਚਰਨਾਂ ਵਿੱਚ ਪਹੁੰਚ ਕਰਕੇ ਬੇਨਤੀ ਕੀਤੀ। ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਵਾ ਕਰਕੇ ਫਿਰ ਸੁਖਮਨੀ ਸਾਹਿਬ ਦਾ ਪਵਿੱਤਰ ਪਾਠ ਸਰਵਣ ਕੀਤਾ। ਇਹਦਾ ਜਲੋਦਰ ਦਾ ਰੋਗ ਜਾਂਦਾ ਰਿਹਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਉਸ ਦਿਨ ਤੋਂ ਹੀ ਸਤਿਗੁਰਾਂ ਦੇ ਘਰ ਦਾ ਸ਼ਰਧਾਲੂ ਬਣ ਗਿਆ, ਸੇਵਾਦਾਰ ਬਣ ਗਿਆ। ਜਿੰਨਾ ਚਿਰ ਜ਼ਿੰਦਗੀ ਰਹੀ ਨਾ ਵਜ਼ੀਰ ਖਾਂ ਦੇ, ਸਦਾ ਇਸਨੇ ਗੁਰੂ ਦਰਬਾਰ ਦੇ ਹਿੱਤ ਦੀ ਗੱਲ ਕਰਨਾ ਕੀਤੀ ਹੈ। ਇਹ ਸਤਿਗੁਰਾਂ ਦੇ ਘਰ ਤੋਂ ਬੇਮੁਖ ਨਹੀਂ ਹੋਇਆ। ਗੁਰੂ ਪਿਆਰਿਓ, ਇਤਨੀਆਂ ਵੱਡੀਆਂ ਰਹਿਮਤਾਂ ਨੇ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਵਿੱਚ। ਜਿਵੇਂ ਅੱਜ ਭਿਆਨਕ ਭਿਆਨਕ ਰੋਗ ਨੇ ਨਾ, ਇਹ ਉਸ ਟਾਈਮ ਦਾ ਇਹ ਜਲੋਦਰ ਦਾ ਰੋਗ ਭਿਆਨਕ ਸੀ, ਜਿਹੜਾ ਕਿ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਸਰਵਣ ਕਰਕੇ ਅਰੋਗਤਾ ਵਿੱਚ ਹੋ ਗਿਆ। ਇਹਨੇ ਬੇਨਤੀ ਕੀਤੀ ਹੈ, ਕਹਿਣ ਲੱਗਾ, ਭਾਈ ਗੜੀਆ ਜੀ, ਕਿਰਪਾ ਦੇ ਘਰ ਵਿੱਚ ਆ ਕਰਕੇ ਮੈਨੂੰ ਸੁਣਾਣਾ ਕਰੋ ਜੀ। ਕਹਿਣ ਲੱਗਾ, ਕਿਰਪਾ ਦੇ ਘਰ ਵਿੱਚ ਆ ਕਰਕੇ ਮੈਨੂੰ ਸੁਣਾਉਣਾ ਕਰੋ। ਸਤਿਗੁਰੂ ਜੀ ਦੇ ਬਚਨ ਕਹਿ ਕੇ ਮੇਰੇ ਹਿਰਦੇ ਨੂੰ ਪ੍ਰਸੰਨ ਕਰੋ, ਜਿਹਦੇ ਵਿੱਚ ਕਿ ਮੌਲਾ ਦੇ ਘਰ ਦੀ ਸਿਫਤ ਸਲਾਹਣ ਕੀਤੀ ਹੋਈ ਹੈ, ਬੜੀ ਸਾਰੀ ਸ਼ਲਾਘਾ ਕੀਤੀ ਹੋਈ ਹੈ। ਇੱਦਾਂ ਫਿਰ ਬੜਾ ਵੱਡਾ ਪ੍ਰੇਮ ਧਾਰ ਕੇ ਦੌਲਾ ਜੀ ਨੇ ਭਾਈ ਗੜੀਏ ਨੂੰ ਕਹਿਣਾ ਕੀਤਾ ਹੈ। ਹੁਣ ਭਾਈ ਗੜੀਆ ਜੀ ਸੁਣਾਉਣ ਲੱਗੇ ਅਤੇ
ਮੀਆਂ ਜੀ ਰਸ ਪਾਉਣ ਲੱਗੇ ਹੈ, ਬੜੇ ਪ੍ਰੇਮ ਦੇ ਨਾਲ ਸਰਵਣ ਕਰ ਰਹੇ ਹੈ, ਮਗਨ ਹੋ ਗਿਆ। ਇੱਕ ਸ਼ਲੋਕ ਪੌੜੀ ਸਹਿਤ ਗਾਇਆ, ਫਿਰ ਰਹਾਉ ਦਾ ਪਾਠ ਸੁਣਨਾ ਕੀਤਾ ਹੈ। ਆਨੰਦ ਹੀ ਆਨੰਦ ਆ ਗਿਆ, ਆਨੰਦ ਹੀ ਆਨੰਦ ਆ ਗਿਆ। ਰਹਾਉ ਤੱਕ ਸੁਣਾਣਾ ਕੀਤਾ, ਬੜਾ ਵੱਡਾ ਆਨੰਦ ਆਉਣਾ ਕੀਤਾ ਹੈ। ਮਣੀ ਸਭੇ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਉ। ਸੁਣ ਗੌਲਾ ਮਨ ਭਇਓ ਆਨੰਦ ਲਗਿਓ ਵਿਚਾਰਨੇ ਅਰਥ ਬਲੰਦ। ਕਿ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ। ਇੱਥੇ ਰਹਾਉ ਆਉਂਦਾ ਗੁਰੂ ਪਿਆਰਿਓ। ਜਦੋਂ ਹੁਣ ਇੱਥੋਂ ਤੱਕ ਸੁਣਿਆ, ਬੜਾ ਇਹਦੇ ਹਿਰਦੇ ਦੇ ਵਿੱਚ ਪ੍ਰੇਮ ਜਾਗ ਪਿਆ, ਅਮਨ ਸ਼ਾਂਤੀ ਹੋਣਾ ਕੀਤੀ, ਬੜਾ ਆਨੰਦ ਹੋ ਗਿਆ। ਇਤਨਾ ਆਨੰਦ ਦੇ ਨਾਲ ਭਰ ਗਿਆ ਕਿ ਇਹਦੇ ਮਹਾਨ ਅਰਥ ਸੋਚਣ ਲੱਗਿਆ, ਵਿਚਾਰਨ ਲੱਗਿਆ ਮਨ ਹੀ ਮਨ ਵਿੱਚ ਕਿ ਸਤਿਗੁਰਾਂ ਨੇ ਬੜੀਆਂ ਸਾਰੀਆਂ ਰਹਿਮਤਾਂ ਵਰਤਾਉਣੀਆਂ ਕੀਤੀਆਂ ਹਨ। ਇਹ ਮੀਆਂ ਦੌਲਾ ਫਿਰ ਬੜਾ ਸਾਰਾ ਪ੍ਰਸੰਨ ਹੋ ਕਰਕੇ ਕਹਿਣ ਲੱਗਾ ਕਿ ਭਾਈ ਗੜੀਆ ਜੀ, ਬਸ ਮੇਰਾ ਪ੍ਰਯੋਜਨ ਜਿਹੜਾ ਉਹ ਮੈਨੂੰ ਮਿਲ ਗਿਆ, ਮਿਲ ਗਿਆ। ਇਹ ਗੁਰਵਾਕ ਮੈਂ ਆਪਣੇ ਹਿਰਦੇ ਦੇ ਵਿੱਚ ਪਹਿਚਾਨ ਲਿਆ, ਮੈਂ ਇਸ ਭਾਰੀ ਮਹਿਮਾ ਨੂੰ ਜਾਣ ਲਿਆ। ਬਸ ਮੇਰੇ ਉੱਤੇ ਹੁਣ ਸਤਿਗੁਰਾਂ ਦੇ ਘਰ ਦੀ ਕਿਰਪਾ ਹੋ ਗਈ, ਰਹਿਮਤ ਹੋ ਗਈ। ਬਸ ਇੱਥੇ ਭਾਵੇਂ ਹੁਣ ਸਮਾਪਤੀ ਕਰ ਦਿਓ। ਇਤਨਾ ਸੁਖਮਨੀ ਸਾਹਿਬ ਦਾ ਪਾਠ ਸੁਣ ਕਰਕੇ ਮੀਆਂ ਦੌਲਾ ਜੀ ਨੂੰ ਸਮਝ ਆ ਗਈ, ਸਤਿਗੁਰਾਂ ਦੇ ਘਰ ਦੀ ਕੀਰਤੀ ਤੋਂ ਜਾਣੂ ਹੋ ਗਿਆ, ਇਤਨਾ ਮਗਨ ਹੋ ਗਿਆ ਕਿ ਆਨੰਦ ਹੀ ਆਨੰਦ, ਹਿਰਦੇ ਦੇ ਵਿੱਚ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ, ਗਿਆਨ ਦਾ ਸੋਝੀ ਹੋ ਗਈ। ਕਹਿਣ ਲੱਗਾ, ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਨੇ ਇਹ ਧੁਰ ਤੋਂ ਆਈ ਬਾਣੀ ਦੇ ਕਰਕੇ ਸਾਨੂੰ ਨਿਹਾਲ ਕਰਨਾ ਕੀਤਾ ਹੈ। ਜਿਹੜੇ ਗੁਰੂ ਕੇ ਪਿਆਰੇ ਪ੍ਰੇਮ ਦੇ ਨਾਲ ਪੜ੍ਹਦੇ ਹੈ, ਇਹ ਜਿਹੜੇ ਗੁਰਸਿੱਖ ਪ੍ਰੇਮ ਦੇ ਨਾਲ ਸਰਵਣ ਕਰਦੇ ਹੈ, ਉਹ ਅਦਕ ਫਲ ਪ੍ਰਾਪਤ ਕਰਕੇ ਤੇ ਆਪਣੇ ਜੀਵਨ ਦੀ ਮੁਕਤੀ ਲੈਣਾ ਕਰਦੇ ਹੈ। ਇਹਦਾ ਫਿਰ ਬੜਾ ਪ੍ਰਸੰਨ ਹੋ ਗਿਆ। ਬੜੀ ਸ਼ੋਭਾ ਮੀਆਂ ਦੌਲਾ ਨੇ ਸਤਿਗੁਰੂ ਜੀ ਮਹਾਰਾਜ ਦੇ ਘਰ ਦੀ ਕਰਨਾ ਕੀਤੀ ਹੈ। ਅੱਜ ਇੱਥੇ ਸਮਾਪਤੀ ਹੈ, ਕੱਲ ਨੂੰ ਫੇਰ ਸਤਿਗੁਰੂ ਜੀ ਕਿਰਪਾ ਕਰਨਗੇ। ਇਸ ਤੋਂ ਅੱਗੇ ਜਿਵੇਂ ਵੀ ਭਾਈ ਗੜੀਆ ਜੀ ਇਹ ਸਤਿਗੁਰਾਂ ਦੇ ਘਰ ਦੀ ਸੇਵਾ ਕਰਨਗੇ, ਜੇ ਸਤਿਗੁਰਾਂ ਦੀਆਂ ਰਹਿਮਤਾਂ ਹੋਣਗੀਆਂ ਤੇ ਕੱਲ ਆਪ ਗੁਰੂ ਕੀਆਂ ਸਿੱਖ ਸੰਗਤਾਂ ਨੂੰ ਇਸ ਤੋਂ ਅੱਗੇ ਇਹ ਪਵਿੱਤਰ ਇਤਿਹਾਸ ਸਰਵਣ ਕਰਵਾਇਆ ਜਾਏਗਾ। ਬੇਨਤੀ ਕਰਾਂਗੇ ਜਿਤਨਾ ਵੀ ਹੋ ਸਕੇ ਮਨ ਬਿਰਤੀ ਇਕਾਗਰ ਕਰਕੇ ਗੁਰੂ ਚਰਨਾਂ ਵਿੱਚ ਪਹੁੰਚ ਕਰਕੇ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ, ਪਵਿੱਤਰ ਇਤਿਹਾਸ ਸੁਣ ਕਰਕੇ ਮਨ ਕਰਕੇ ਹਿਰਦੇ ਵਿੱਚ ਵਸਾ ਕੇ ਲਾਹੇ ਲੈ ਕੇ ਧੰਨਤਾ ਦੇ ਯੋਗ ਬਣੀਏ। ਸਤਿਗੁਰੂ ਜੀ ਸਮਰੱਥ ਨੇ, ਸਾਡੇ ਸਿਰ ਤੇ ਮਿਹਰ ਭਰਿ ਹੱਥ ਰੱਖਣਗੇ, ਸਾਡਾ ਵੀ ਜੀਵਨ ਸਵਰ ਜਾਏਗਾ ਤੇ ਅਸੀਂ ਵੀ ਧੰਨਤਾ ਦੇ ਯੋਗ ਬਣ ਜਾਵਾਂਗੇ। ਕਥਾ ਕਰਦਿਆਂ ਤੋਂ ਬੇਅੰਤ ਭੁੱਲਾਂ ਹੋਈਆਂ ਹੋਣਗੀਆਂ। ਜਿੱਥੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿੰਦ ਪਿਤਾ ਹੈ, ਉੱਥੇ ਆਪ ਰੱਬ ਵਰਗੀਆਂ ਗੁਰੂ ਕੀਆਂ ਸਿੱਖ ਸੰਗਤਾਂ ਜੁੜ ਬੈਠੇ ਹੋ। ਕਿਰਪਾ ਕਰਿਓ, ਆਪਣੇ ਦਾਸਾਂ ਦੇ ਸਿਰ ਤੇ ਮਿਹਰ ਭਰਿ ਹੱਥ ਰੱਖਿਓ, ਤਾਂ ਕਿ ਤੁਸ਼ ਬੁੱਧੀ ਅਨੁਸਾਰ ਆਪ ਜੀ ਦੇ ਚਰਨਾਂ ਦੀ ਇਤਿਹਾਸਾਰੀ ਸੇਵਾ ਕਰਕੇ ਧੰਨਤਾ ਦੇ ਯੋਗ ਬਣ ਸਕੀਏ। ਇਹਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।